ਗੁਰੂ ਗੁਰੂ ਗੁਰ ਕਰ ਮਨ ਮੋਹ, ਗੁਰੂ ਬਿਨਾ ਮੈਂ ਨਾਹੀ ਹੋ। ਗੁਰੂ ਗੁਰੂ ਗੁਰ ਕਰ ਮਨ ਮੋਹ, ਗੁਰੂ ਬਿਨਾ ਮੈਂ ਨਾਹੀ ਹੋ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਦ ਪੰਕਜ ਬੰਦਨ, ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਗੁਰੂ ਅਮਰਦਾਸ ਹਿਰਦੈ ਨਿਤ ਧਿਆਉ, ਗੁਰ ਹਿਰਦੈ ਨਿਤ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜੁਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰ ਤੇਗ ਬਹਾਦੁਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋ ਤਰਾ ਧਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਹਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਹਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪੰਜਵਾ। ਖੁੱਲਿਆ ਕਰਮ ਕਿਰਪਾ ਪਈ ਠਾਕੁਰ, ਕੀਰਤਨ ਹਰਿ ਹਰਿ ਗਾਈ। ਸਮਥਾ ਕਾ ਪਾਏ ਬਿਸਰਾਮਾ, ਮਿਟ ਗਈ ਸਗਲੀ ਧਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਅੰਤਰਯਾਮੀ ਗੁਰੂ ਗਰੀਬ ਨਿਵਾਜ, ਧੰਨ ਧੰਨ ਚਵਰ ਛਤਰ ਤਖਤ ਦੇ ਮਾਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਕਾ ਖਾਸ ਰੂਪ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀ। ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ। ਸੱਚੇ ਪਾਤਸ਼ਾਹ ਮਹਾਰਾਜ ਦਾ ਫਰਮਾਨ ਹੈ ਕਿ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਦੇ ਲਈ ਕਥਾ ਤੇ ਕੀਰਤਨ ਸਰਵਣ ਕਰਨਾ, ਮੰਨਣ ਕਰਨਾ, ਨਿਧਿਆਸਨ ਕਰਨ ਦੇ ਨਾਲ
ਜੀਵਨ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਆਪ ਕਿਰਪਾ ਕਰਦੇ ਨੇ, ਉਹ ਆਪਣੀ ਪ੍ਰਾਪਤੀ ਤੱਕ ਪਹੁੰਚਣ ਦੇ ਸਾਧਨ ਦਿੰਦੇ ਨੇ। ਸੱਚੇ ਪਾਤਸ਼ਾਹ ਮਹਾਰਾਜ ਅੱਜ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਗੁਰਦੇਵ ਜੀ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੱਜ ਵਾਲੇ ਪਾਵਨ ਪਵਿੱਤਰ ਦਿਹਾੜੇ ਵਾਲੇ ਦਿਨ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਆਪਣੀ ਪੰਜਾਂ ਭੂਤਾਂ ਦੀ ਦੇਹੀ ਨੂੰ ਇਸ ਮ੍ਰਿਤ ਲੋਕ ਦੇ ਅੰਦਰ ਮਿਲਾ ਕੇ ਆਪ ਸਤਿਗੁਰੂ ਸੱਚਖੰਡ ਵਿਖੇ ਗਏ ਨੇ। ਸੱਚੇ ਪਾਤਸ਼ਾਹ ਮਹਾਰਾਜ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਆਪ ਜੀ ਨੇ ਹੁਣੇ ਸ਼ਬਦ ਸਰਵਣ ਕੀਤਾ ਹੈ, ਮਾਰੂ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਜੋ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1000 ਅੰਗ ਦੇ ਉੱਤੇ ਸੁਸ਼ੋਭਿਤ ਹੈ, ਉਹ ਪਾਵਨ ਪਵਿੱਤਰ ਸ਼ਬਦ ਜੋ ਹੁਣੇ ਭਾਈ ਸਾਹਿਬ ਭਾਈ ਅਭੀਤ ਸਿੰਘ ਜੀ ਨੇ ਪੜ੍ਹਿਆ ਹੈ, ਇਹ ਉਹ ਅਖੀਰਲਾ ਸ਼ਬਦ ਸੀ ਜੋ ਸਤਿਗੁਰਾਂ ਨੇ ਕੀਰਤਨ ਕਰਦੇ ਹੋਏ ਸਰਵਣ ਕੀਤਾ ਸੀਗਾ। ਉਸ ਤੋਂ ਬਾਅਦ ਸਣੇ ਦੇਹੀ ਘੋੜੇ ਤੇ ਸਵਾਰ ਸੱਚਖੰਡ ਵਿਖੇ ਸਤਿਗੁਰੂ ਪਿਆਨਾ ਕਰ ਗਏ ਸਨ। ਆਓ ਸਤਿਗੁਰਾਂ ਜੀ ਦਾ ਸੱਚਖੰਡ ਗਮਨ ਦਾ ਪਾਵਨ ਪਵਿੱਤਰ ਇਤਿਹਾਸ ਸੁਣੀਏ ਤੇ ਇਸ ਸ਼ਬਦ ਦੇ ਅਰਥ ਜੋ ਮਾਰੂ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਨੇ ਉਚਾਰਨ ਕੀਤੇ ਨੇ, ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪਣੇ ਅਖੀਰਲੇ ਵੇਲੇ ਇਹ ਸ਼ਬਦ ਸਰਵਣ ਕੀਤਾ। ਰਾਗੀ ਸਿੰਘਾਂ ਪਾਸੋਂ ਕੀਰਤਨ ਰੂਪ ਦੇ ਅੰਦਰ ਉਸ ਦੇ ਅਰਥ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਵਿੱਚ ਵਰਤ ਕੇ ਕਰਾ ਲੈਣ। ਆਓ ਪ੍ਰੇਮ ਦੇ ਨਾਲ ਗੁਰਮੰਤਰ ਜਪੀਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸੱਚਖੰਡ ਗਮਨ ਦਾ ਪ੍ਰਸੰਗ ਤੇ ਇਸ ਪਾਵਨ ਪਵਿੱਤਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅਰਥ ਸਰਵਣ ਕਰੀਏ, ਸ਼ਬਦ ਦੇ ਮਨਚਿਤ ਬਿਰਤੀਆਂ ਨੂੰ ਇਕਾਗਰ ਕਰੀਏ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਆਪਣੀ ਬਿਰਤੀਆਂ ਨੂੰ ਲੈ ਜਾਈਏ। ਬਾਹਰੋਂ ਬਿਰਤੀਆਂ ਨੂੰ ਸੰਕੋਚ ਕੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਦਾ ਧਿਆਨ ਧਰਦੇ ਹੋਏ ਸਾਰੀ ਸੰਗਤ ਪ੍ਰੇਮ ਨਾਲ ਆਖਣਾ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਦੋਂ ਪਾਤਸ਼ਾਹ 1765 ਵਿਕਰਮੀ ਜੋ ਕਿ 1707 ਈਸਵੀ ਬਣਦਾ ਹੈ, ਕਲਗੀਧਰ ਪਾਤਸ਼ਾਹ ਮਹਾਰਾਜ ਦਿੱਲੀ ਤੋਂ ਮਾਤਾ ਸੁੰਦਰੀ ਜੀ ਅਤੇ ਮਾਤਾ ਜੀਤੋ ਜੀ ਨੂੰ ਕਿਹਾ, ਆਪ ਜੀ ਦਿੱਲੀ ਵਿਖੇ ਪੜਾਅ ਕਰ ਲਓ ਤੇ ਅਸੀਂ ਨਾਂਦੇੜ ਦੀ ਧਰਤੀ ਤੇ ਜਾਣਾ ਚਾਹੁੰਦੇ ਹਾਂ। ਮਾਤਾ ਸੁੰਦਰੀ ਜੀ ਤਾਂ ਦਿੱਲੀ ਰਹਿ ਪਏ। ਸਤਿਕਾਰਯੋਗ ਮਾਤਾ ਸਾਹਿਬ ਦੇਵਾ ਜੀ ਨੇ ਕਿਹਾ, ਕਲਗੀਧਰ ਪਾਤਸ਼ਾਹ ਮੇਰੀ ਇੱਕ ਬੇਨਤੀ ਹੈ ਕਿ ਮੈਂ ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ ਪ੍ਰਸ਼ਾਦਾ ਨਹੀਂ ਛਕਦੀ। ਜੇ ਆਪ ਜੀ ਮੈਨੂੰ ਨਾਲ ਨਾਂਦੇੜ ਲੈ ਚੱਲੋ ਤੇ ਮੈਂ ਉੱਥੇ ਭਜਨ ਬੰਦਗੀ ਕਰਕੇ ਸਮਾਂ ਬਤੀਤ ਕਰ ਲਵਾਂਗੀ। ਅੰਮ੍ਰਿਤ ਵੇਲੇ ਤੁਹਾਡੇ ਦਰਸ਼ਨ ਕਰਕੇ ਆਪਣੇ ਦੀਦੇ ਨੂੰ ਸ਼ਾਂਤੀ ਮਹਿਸੂਸ ਕਰਵਾ ਲਵਾਂਗੀ। ਕਲਗੀਧਰ ਪਾਤਸ਼ਾਹ ਨੇ ਮਾਤਾ ਸਾਹਿਬ ਦੇਵਾ ਤਕਰੀਬਨ 500 ਸਿੰਘਾਂ ਦੇ ਨਾਲ ਸ਼੍ਰੀ ਨਾਂਦੇੜ ਦੀ ਧਰਤੀ ਤੇ ਚਾਲਾ ਮਾਰਿਆ। ਰਸਤੇ 'ਚ ਪਾਤਸ਼ਾਹ ਨੇ ਕਈ ਵੱਡੇ ਪੜਾਅ ਕੀਤੇ। ਆਗਰੇ ਦੀ ਧਰਤੀ ਤੇ ਬੁਰਹਾਨਪੁਰ ਇਤਿਆਦਿਕ ਸਥਾਨਾਂ ਤੇ ਮਹਾਰਾਜ ਹੁੰਦੇ ਹੋਏ ਜਦੋਂ ਸ਼੍ਰੀ ਨਾਂਦੇੜ ਸਾਹਿਬ ਸਭ ਤੋਂ ਪਹਿਲੇ ਬਸਮਤ ਨਗਰ ਗੁਰਦੁਆਰਾ ਹੀਰਾ ਘਾਟ ਵਾਲੇ ਸਥਾਨ ਤੇ ਪਹੁੰਚੇ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਉੱਥੋਂ ਹੀਰਾ ਘਾਟ ਦੇ ਉੱਤੇ ਬਹਾਦਰ ਸ਼ਾਹ ਜਫਰ ਸਤਿਗੁਰੂ ਮਹਾਰਾਜ ਜੀ ਕੋਲ ਇੱਕ ਬੇਸ਼ਕੀਮਤੀ ਹੀਰਾ ਲੈ ਕੇ ਆਇਆ ਸੀ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸੁੱਟ ਕੇ ਗੋਦਾਵਰੀ ਦੇ ਅੰਦਰ ਉਸ ਨੂੰ ਵਗਾ ਕੇ ਮਾਰਿਆ। ਬੇਪਰਵਾਹ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਹੀਰਾ ਸੁੱਟ ਕੇ ਮਾਰਿਆ ਤੇ ਬਾਦਸ਼ਾਹ ਨੇ ਸੋਚਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਾਇਦ ਫਕੀਰ ਬਿਰਤੀ ਦੇ ਨੇ, ਇਹਨਾਂ ਨੂੰ ਕੀਮਤ ਦਾ ਪਤਾ ਨਹੀਂ। ਇਹ ਬਹੁਤ ਬੇਸ਼ਕੀਮਤੀ ਹੀਰਾ ਸੀ ਜਿਹੜਾ ਮੈਂ ਆਪਣੇ ਖਜ਼ਾਨੇ ਤੋਂ ਲਿਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਭੇਟਾ ਕੀਤਾ ਸੀ। ਅੰਤਰਯਾਮੀ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਹਦੀ ਬਿਰਤੀ ਨੂੰ ਜਾਣ ਗਏ
ਮਹਾਰਾਜ ਨੇ ਕਿਹਾ, ਬਹਾਦਰ ਸ਼ਾਹ ਜਾ ਗੋਦਾਵਰੀ ਚੋਂ ਆਪਣਾ ਵਾਲਾ ਨਗੀਨਾ ਕੱਢ ਲਿਆ। ਜਦੋਂ ਆਪਣਾ ਵਾਲਾ ਹੀਰਾ ਕੱਢਣ ਗਿਆ ਅੰਦਰੋਂ, ਤੇ ਉਸਨੇ ਬੁੱਕਲ ਦੇ ਨਾਲ, ਜਿਸ ਤਰ੍ਹਾਂ ਅਸੀਂ ਪਾਣੀ ਭਰ ਕੇ ਪੀਣ ਲਈ ਕੱਢਦੇ ਹਾਂ, ਉਸ ਦੇ ਹੱਥ ਦੇ ਅੰਦਰ ਬਹੁਤ ਸਾਰੇ ਵੈਸੇ ਉਸ ਤੋਂ ਵੀ ਕੀਮਤੀ ਨਗੀਨੇ ਆ ਗਏ। ਬਹਾਦਰ ਸ਼ਾਹ ਦਾ ਹੰਕਾਰ ਟੁੱਟ ਗਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੇ ਖਜ਼ਾਨਿਆਂ ਦੇ ਅੰਦਰ ਐਸੇ ਬੇਅੰਤ ਕਈ ਹੀਰੇ ਨੇ, ਮੇਰੇ ਤੋਂ ਕੀਮਤੀ ਹੀਰੇ ਨੇ ਜੋ ਮੈਂ ਗੁਰੂ ਨੂੰ ਭੇਟਾ ਕੀਤੇ ਨੇ। ਬਾਦਸ਼ਾਹ ਨੇ ਆ ਕੇ ਮਾਫੀ ਮੰਗੀ। ਮਹਾਰਾਜ ਨੇ ਪੱਥੇ ਦੇ ਉੱਤੇ ਇੱਕ ਤੀਰ ਚੜਾਇਆ ਤੇ ਮਹਾਰਾਜ ਨੇ ਕਿਹਾ, ਅਸੀਂ ਆਪਣਾ ਤਪ ਸਥਾਨ, ਜਿੱਥੇ ਇਹ ਤੀਰ ਜਾ ਕੇ ਗਿਰੇਗਾ ਉਹ ਸਾਡਾ ਤਪ ਸਥਾਨ ਹੈ, ਉੱਥੇ ਸਿੰਘ ਜਾ ਕੇ ਨਿਸ਼ਾਨ ਸਾਹਿਬ ਗੱਡ ਦੇਣ। ਕਲਗੀਧਰ ਪਾਤਸ਼ਾਹ ਮਹਾਰਾਜ ਦਾ ਉਹ ਪਾਵਨ ਪਵਿੱਤਰ ਤੀਰ ਅੱਜ ਵੀ ਸ੍ਰੀ ਹਜ਼ੂਰ ਸਾਹਿਬ ਜਦੋਂ 4 ਪਾਵਨ ਪਵਿੱਤਰ ਸ਼ਸਤਰਾਂ ਦੇ ਦਰਸ਼ਨ ਕਰਾਏ ਜਾਂਦੇ ਨੇ, ਸਮਾਪਤੀ ਤੋਂ ਬਾਅਦ ਉੱਥੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਉਹ ਲਾਸਾਨੀ ਤੀਰ ਦੇ ਵੀ ਦਰਸ਼ਨ ਕਰਾਏ ਜਾਂਦੇ ਨੇ, ਜਿਹੜਾ ਮਹਾਰਾਜ ਜੀ ਨੇ ਨਗੀਨਾ ਘਾਟ ਤੋਂ ਚਲਾ ਕੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਸਤਿਗੁਰੂ ਮਹਾਰਾਜ ਜੀ ਦੇ ਜੋਤੀ ਜੋਤ ਸਥਾਨ ਵਾਲੇ, ਜਿੱਥੇ ਮਹਾਰਾਜ ਜੀ ਦਾ ਅੱਜ ਪ੍ਰਤੱਖ ਪਹਿਰਾ 8 ਪਹਿਰੀ, ਉਸ ਸਥਾਨ ਤੇ ਜਾ ਕੇ ਗਿਰਿਆ। ਸਿੰਘਾਂ ਨੇ ਜਾ ਕੇ ਉਸ ਸਥਾਨ ਦੇ ਉੱਤੇ ਇੱਕ ਮੁਸਲਮਾਨ ਪੀਰ ਰਹਿੰਦੇ ਸਨ। ਉਹਨਾਂ ਨੇ ਕਿਹਾ, ਤੁਹਾਡੇ ਗੁਰੂ ਦਾ ਇਹ ਸਥਾਨ ਨਹੀਂ, ਮੈਂ ਬਹੁਤ ਚਿਰ ਤੋਂ, ਮੇਰੇ ਦਾਦੇ ਪਰਦਾਦੇ ਇਸ ਥਾਂ ਦੇ ਉੱਤੇ ਰਹਿ ਰਹੇ ਨੇ, ਇਹ ਤੁਹਾਡੇ ਗੁਰੂ ਦਾ ਸਥਾਨ ਨਹੀਂ। ਸਿੰਘ ਵਾਪਸ ਕਲਗੀਧਰ ਪਾਤਸ਼ਾਹ ਕੋਲ ਆਏ। ਮਹਾਰਾਜ, ਮੁਸਲਮਾਨ ਫਕੀਰ ਕਹਿੰਦੇ ਨੇ ਉਹ ਤੁਹਾਡਾ ਸਥਾਨ ਨਹੀਂ। ਸਤਿਗੁਰੂ ਕਹਿੰਦੇ ਉਹਨਾਂ ਨੂੰ ਕਹੋ ਜਿੱਥੇ ਉਹ ਬੈਠੇ ਨੇ ਤਕਰੀਬਨ 10 ਫੁੱਟ ਥੱਲੇ ਥਾਂ ਪੱਟੀ ਜਾਵੇ, ਸਾਡਾ ਕਮੰਡਲ, ਮਾਲਾ, ਸਾਡੀ ਚਿੱਪੀ, ਜੋ ਸਾਡਾ ਪੁਰਾਤਨ ਤਪ ਸਥਾਨ ਹੈ, ਸਾਡਾ ਹਜੇ ਵੀ ਸਮਾਨ ਥੱਲੇ ਹੀ ਪਿਆ। ਕਲਗੀਧਰ ਪਾਤਸ਼ਾਹ ਦਾ ਬਚਨ ਮੰਨਦੇ ਹੋਏ ਸਿੰਘਾਂ ਨੇ ਪਟਪਟਾਈ ਕੀਤੀ, ਉੱਥੋਂ ਸਮਾਨ ਲੱਭ ਪਿਆ। ਪੀਰ ਵੀ ਹੈਰਾਨ ਹੋ ਗਿਆ। ਮਹਾਰਾਜ ਨੇ ਧਨ ਦੇ ਕੇ ਆਪਣੇ ਵਾਲੀ ਜਗ੍ਹਾ ਖਰੀਦੀ ਕਿ ਪੀਰ ਜੀ ਨੂੰ ਵੀ ਕੋਈ ਆਰਥਿਕ ਤੌਰ ਤੇ ਤੰਗੀ ਨਾ ਹੋਵੇ ਨਵਾਂ ਸਥਾਨ ਲੈਣ ਵਿੱਚ, ਤੇ ਸਾਡਾ ਪੂਰਬਲਾ ਸਥਾਨ ਤੇ ਸਿੰਘ ਆਉਣੇ ਵਾਲੇ ਸਮੇਂ 'ਚ ਤਪ ਕਰ ਸਕਣ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਉਸ ਥਾਂ ਦੇ ਉੱਤੇ ਨਾਂਦੇੜ ਦੀ ਧਰਤੀ ਤੇ ਖਾਲਸਾ ਜੀ 1707 ਤੋਂ ਲੈ ਕੇ 1708 ਤੱਕ ਤਕਰੀਬਨ 14 ਮਹੀਨੇ ਕਲਗੀਧਰ ਪਾਤਸ਼ਾਹ ਸ਼੍ਰੀ ਹਜ਼ੂਰ ਸਾਹਿਬ ਦੀ ਧਰਤੀ ਤੇ ਰਹੇ ਨੇ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬੇਅੰਤ ਕੌਤਕ ਕੀਤੇ। ਜਿੱਥੇ ਮਾਤਾ ਸਾਹਿਬ ਦੇਵਾਂ ਜੀ ਦਾ ਸਥਾਨ ਸੀਗਾ, ਉੱਥੇ ਕਲਗੀਧਰ ਪਾਤਸ਼ਾਹ ਦੁਪਹਿਰ ਨੂੰ ਮਾਤਾ ਜੀ ਦੇ ਹੱਥ ਤੋਂ ਪ੍ਰਸ਼ਾਦਾ ਛਕਣ ਜਾਂਦੇ ਤੇ ਕਲਗੀਧਰ ਪਾਤਸ਼ਾਹ ਦਸਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸਿੰਘਾਂ ਨੂੰ ਅਰਥ ਵੀ ਉਸੇ ਸਥਾਨ ਤੇ ਪੜ੍ਹਾਉਂਦੇ। ਕਲਗੀਧਰ ਪਾਤਸ਼ਾਹ ਮਹਾਰਾਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪ੍ਰਕਾਰ ਨਾਂਦੇੜ ਦੀ ਧਰਤੀ ਦੇ ਉੱਤੇ ਗੁਰਦੁਆਰਾ ਸ਼ਿਕਾਰ ਘਾਟ ਸਾਹਿਬ, ਜਿਹੜਾ ਮੂਲਾ ਸੀ ਪਹਿਲੇ ਜਨਮ ਤੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਸ਼ਰਾਪਿਆ, ਮਹਾਰਾਜ ਨੇ ਬਚਨ ਕੀਤਾ ਸੀ, ਗੁਰੂ ਨਾਨਕ ਸਾਹਿਬ ਨੇ ਮੂਲਿਆ, ਤੇਰੀ ਘਰ ਵਾਲੀ ਕਹਿੰਦੀ ਆ ਤੂੰ ਘਰ ਨਹੀਂ ਆ, ਅਸੀਂ ਤੈਨੂੰ ਬੜੀ ਦੂਰੋਂ ਮਿਲਣ ਆਏ ਸੀ, ਜਾ ਤੂੰ ਹੈ ਨਹੀਂ ਤੇ ਫਿਰ ਹੈ ਹੀ ਨਹੀਂ। ਅੰਦਰੋਂ ਸੱਪ ਲੜਿਆ ਗੋਹੇ ਦੇ ਅੰਦਰੋਂ ਤੇ ਮੂਲੇ ਨੂੰ ਲੜ ਗਿਆ। ਮੂਲੇ ਦੀ ਘਰ ਵਾਲੀ ਨੇ ਦੇਖਿਆ ਮੇਰੇ ਆਦਮੀ ਦੇ ਮੂੰਹ 'ਚ ਝੱਗ ਨਿਕਲੀ ਹੈ। ਸ਼੍ਰੀ ਗੁਰੂ ਨਾਨਕ ਸਾਹਿਬ ਸਾਹਮਣੇ ਪੇੜ ਥੱਲੇ ਨਿੰਮ ਦੇ ਬੈਠੇ ਸਨ। ਨਾਲ ਦੇ ਪੜੋਸੀਆਂ ਨੂੰ ਲੈ ਕੇ ਦੇਹ ਚੱਕੀ ਤੇ ਮਹਾਰਾਜ ਦੇ ਸਾਹਮਣੇ ਰੱਖ ਦਿੱਤੀ। ਮਹਾਰਾਜ ਗਲਤੀ ਹੋ ਗਈ, ਝੂਠ ਬੋਲ ਬੈਠੇ ਤੁਹਾਡੇ ਨਾਲ, ਕਿਰਪਾ ਕਰੋ ਮਹਾਰਾਜ ਦਾ ਉਧਾਰ ਕਰ ਦਿਓ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਬਚਨ ਹੋਇਆ ਤਾਂ ਹੁਣ ਹੋ ਗਿਆ, ਕਿਉਂਕਿ ਪੱਥੇ 'ਚੋਂ ਨਿਕਲਿਆ ਤੀਰ ਜਿਹੜਾ ਕਮਾਨ ਤੇ ਚੜ ਗਿਆ ਤੇ ਚੱਲ ਗਿਆ, ਉਹ ਵਾਪਸ ਨਹੀਂ ਆਉਂਦੇ। ਉਸੇ ਪ੍ਰਕਾਰ ਜਿਹੜਾ ਬਚਨ ਮੁਖ ਤੋਂ ਨਿਕਲ ਜਾਵੇ ਉਹ ਬਚਨ ਵੀ ਵਾਪਸ ਨਹੀਂ ਆਉਂਦਾ। ਮਹਾਰਾਜ ਕਹਿੰਦੇ ਪਰ ਇਹਨੇ ਅੰਤਲੇ ਵੇਲੇ ਸਾਡੇ ਦਰਸ਼ਨ ਕਰ ਲਏ ਨੇ। 10ਵੇਂ ਜਾਮੇ ਦੇ ਅੰਦਰ ਸ਼੍ਰੀ ਗੁਰੂ ਗੋਬਿੰਦ ਸਿੰਘ ਦਾ ਸਰੂਪ ਧਾਰ ਕੇ ਆਵਾਂਗੇ ਤਦ ਇਹ ਖਰਗੋਸ਼ ਦੀ ਜੂਨੀ 'ਚ ਹੋਏਗਾ। ਮਹਾਰਾਜ ਕਹਿੰਦੇ ਅਸੀਂ ਨਾਂਦੇੜ ਦੀ ਧਰਤੀ ਦੇ ਉੱਤੇ ਇਹਦਾ ਤੀਰ ਮਾਰ ਕੇ ਉਧਾਰ ਕਰਾਂਗੇ। ਕਲਗੀਧਰ ਪਾਤਸ਼ਾਹ ਮਹਾਰਾਜ ਜਦੋਂ ਨਾਂਦੇੜ ਦੀ ਧਰਤੀ ਤੇ ਪਹੁੰਚੇ, ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਤੀਰ ਦੇ ਨਾਲ ਉਸ ਸਿੰਹ ਨੂੰ ਮਾਰ ਕੇ, ਉਸ ਖਰਗੋਸ਼ ਨੂੰ ਮਾਰ ਕੇ ਮੂਲੇ ਨੂੰ ਆਪਣੀ ਬੜੀ ਲੰਬੀ 300 ਸਾਲ ਦੀ ਕੈਦ ਤੋਂ ਮੁਕਤ ਕਰਕੇ ਸੱਚਖੰਡ 'ਚ ਨਿਵਾਸ ਦਿੱਤਾ ਸੀ।
ਅੱਜ ਉੱਥੇ ਗੁਰਦੁਆਰਾ ਸ਼ਿਕਾਰ ਘਾਟ ਸਾਹਿਬ ਸੁਸ਼ੋਭਿਤ ਨੇ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਖਾਲਸਾ ਜੀ ਅਸੀਂ ਪਿੱਛੇ ਹੁਣ ਦੀਵਾਲੀ ਦਾ ਦਿਹਾੜਾ ਮਨਾ ਕੇ ਆਏ ਹਾਂ। ਦੀਵਾਲੀ ਤੋਂ ਇੱਕ ਦਿਨ ਬਾਅਦ ਵਿਸ਼ਕਰਮਾ ਡੇ ਹੁੰਦਾ ਹੈ, ਉਸ ਤੋਂ ਅਗਲੇ ਦਿਨ ਭਈਆ ਦੂਜ ਹੁੰਦੀ ਹੈ। ਦੂਜ ਵਾਲੇ ਦਿਨ, ਦੀਵਾਲੀ ਤੋਂ ਦੂਜੇ ਦਿਨ, ਉਸ ਦਿਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਉਸ ਦਿਨ ਵੀ ਐਤਵਾਰ ਦੇ ਦਿਹਾੜੇ ਸਾਰੀ ਸੰਗਤ ਨੇ ਇਤਿਹਾਸ ਸੁਣਿਆ ਸੀ। ਕਲਗੀਧਰ ਪਾਤਸ਼ਾਹ ਹੁਣ ਟਿਊਕ ਮਾਤਰ ਵਿਚਾਰ ਕਰਾਂਗੇ, ਉਸ ਦਿਨ ਵਿਸਤਾਰ ਵਿੱਚ ਕੀਤਾ ਸੀ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਦੂਜ ਵਾਲੇ ਦਿਹਾੜੇ ਵਾਲੇ ਦਿਨ ਸਾਰੇ 5 ਹਜੂਰੀ ਸਿੰਘਾਂ ਨੂੰ ਸਭ ਤੋਂ ਪਹਿਲੇ ਬੁਲਾਇਆ। ਭਾਈ ਸਾਹਿਬ ਭਾਈ ਮਣੀ ਸਿੰਘ ਜੀ ਜਿਨ੍ਹਾਂ ਨੇ ਬੰਦ ਕੱਟਿਆ, ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚੌਰ ਸਾਹਿਬ ਦੀ ਸੇਵਾ ਕਰ ਰਹੇ ਸਨ। ਭਾਈ ਸੰਤੋਖ ਸਿੰਘ ਜੀ ਜਿਨ੍ਹਾਂ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਜਾਣ ਤੋਂ ਬਾਅਦ ਲੰਗਰਾਂ ਦੀ ਸੇਵਾ ਚਲਾਈ ਹੈ ਹਜ਼ੂਰ ਸਾਹਿਬ ਦੀ ਧਰਤੀ ਤੇ। ਤੀਸਰੇ ਭਾਈ ਗੁਰਬਖਸ਼ ਸਿੰਘ ਜੀ ਜਿਨ੍ਹਾਂ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਜਾਣ ਤੋਂ ਬਾਅਦ ਰਮਦਾਸ ਨਗਰ ਦੇ ਅੰਦਰ ਸਤਿਗੁਰਾਂ ਦੀ ਕਥਾ ਸੁਣਾਈ ਹੈ ਸਿੰਘਾਂ ਨੂੰ। ਜਿਹੜੀ ਤੁਸੀਂ ਕਥਾ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਸੁਣਦੇ ਹੋ, ਉਹਦੇ ਅੰਦਰੋਂ ਬਹੁਤ ਅੰਗ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਗੁਰਬਖਸ਼ ਸਿੰਘ ਤੋਂ ਲਏ ਨੇ। ਚੌਥੇ ਸਿੰਘ ਭਾਈ ਧਰਮ ਸਿੰਘ ਜੀ, ਕਿਉਂਕਿ ਭਾਈ ਦਇਆ ਸਿੰਘ ਜੀ ਚੜ੍ਹਾਈ ਕਰ ਗਏ ਸਨ 5 ਪਿਆਰਿਆਂ 'ਚ, ਤੇ ਅਗਲੇ 5ਵੇਂ ਸਿੰਘ ਭਾਈ ਹਰ ਸਿੰਘ ਜੀ। ਇਹ 5 ਸਿੰਘਾਂ ਨੂੰ ਮਹਾਰਾਜ ਨੇ ਆਪਣੇ ਹਜ਼ੂਰ ਬੁਲਾਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਅਸੀਂ ਦੂਜ ਵਾਲੇ ਦਿਹਾੜੇ ਵਾਲੇ ਦਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਚੰਦਨ ਦੇ ਪੀੜੇ ਸਾਹਿਬ ਤੇ ਕਰਾਇਆ ਜਾਏ। ਚੌਰ ਸਾਹਿਬ ਹੋਵੇ, ਫੁੱਲਾਂ ਦੀ ਮਾਲਾ, ਅਤਰ, ਖੁਸ਼ਬੂਆਂ ਛਿੜਕੀਆਂ ਜਾਣ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰਕੇ 500 ਰੁਪਏ ਮਹਾਰਾਜ ਨੇ ਜੇਬ ਚੋਂ ਕੱਢ ਕੇ ਦਿੱਤੇ। 500 ਰਜਤਪਣ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰੋ। ਸਮੂਹ ਸਾਧ ਸੰਗਤ ਦਾ ਇਕੱਠ ਹੋਇਆ। 1708 ਦੂਜ ਵਾਲੇ ਦਿਨ, ਅੱਜ ਤੋਂ 3 ਦਿਨ ਪਹਿਲਾਂ, ਅੱਜ ਪੰਚਮੀ ਹੈ, ਦੂਜ ਵਾਲੇ ਦਿਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ 5 ਪੈਸੇ, ਨਾਰੀਅਲ ਤੇ ਕਿਰਪਾਨ ਰੱਖ ਕੇ ਚੰਦਨ ਦਾ ਟਿੱਕਾ ਲਗਾ ਕੇ ਸਾਰੀ ਸੰਗਤ ਨੂੰ ਕਿਹਾ, ਖਾਲਸਾ ਜੀ ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਦੂਜ ਵਾਲੇ ਦਿਨ ਕਲਗੀਧਰ ਪਾਤਸ਼ਾਹ ਨੇ 5 ਸਿੰਘਾਂ ਦੀ ਸਰਪ੍ਰਸਤੀ ਹੇਠ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰੂ ਦਾ ਦਰਜਾ ਦਿੱਤਾ। ਜਿੱਥੇ ਗੁਰਬਾਣੀ ਧੁਰ ਤੋਂ ਸੀ, ਸ਼ੁਰੂ ਤੋਂ ਸਤਿਕਾਰ ਸੀ ਗੁਰਬਾਣੀ ਦਾ, ਗੁਰੂਆਂ ਆਪਣੇ ਸ਼ਰੀਰਾਂ ਤੋਂ ਜ਼ਿਆਦਾ ਗੁਰਬਾਣੀ ਦਾ ਭੈ ਅਦਬ ਰੱਖਦੇ ਸਨ। ਉਹੀ ਸਤਿਕਾਰ ਕਲਗੀਧਰ ਪਾਤਸ਼ਾਹ ਨੇ ਮਹਾਰਾਜ ਨੇ ਕਿਹਾ, ਅੱਜ ਤੋਂ ਦੇਹਧਾਰੀ ਗੁਰੂ ਦੀ ਮਰਿਆਦਾ ਨਹੀਂ ਰਹੇਗੀ, ਕਿਉਂਕਿ ਖਾਲਸਾ ਜੀ ਗੁਰੂ ਨਾਨਕ ਸਾਹਿਬ ਦੇ ਸਮੇਂ ਚਰਨ ਪੋਹਲ ਦੀ ਮਰਿਆਦਾ ਚਲਦੀ ਰਹੀ। ਕਲਗੀਧਰ ਪਾਤਸ਼ਾਹ ਨੇ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ, 9 ਪਾਤਸ਼ਾਹੀਆਂ ਤੱਕ ਚਰਨ ਪੋਹਲ ਚੱਲਦਾ ਰਿਹਾ। ਤੇ ਜਦੋਂ ਲੰਗਰ ਨੂੰ ਭੋਗ ਲੱਗਦਾ ਸੀ, 6ਵੇਂ ਪਾਤਸ਼ਾਹ ਦੇ ਸਮੇਂ ਤੀਰ ਲਗਾਉਂਦੇ ਸਨ। 7ਵੇਂ ਪਾਤਸ਼ਾਹ ਦੇ ਸਮੇਂ ਵੀ ਜਿਵੇਂ ਹੁਣ ਲੰਗਰ ਵਿੱਚ ਕਿਰਪਾਨ ਭੇਟਾ ਹੁੰਦੀ ਹੈ ਕੜਾਹ ਪ੍ਰਸ਼ਾਦ ਨੂੰ, 7ਵੇਂ ਪਾਤਸ਼ਾਹ, 8ਵੇਂ ਪਾਤਸ਼ਾਹ, 9ਵੇਂ ਪਾਤਸ਼ਾਹ ਦੇ ਸਮੇਂ ਤੀਰ ਨਾਲ ਸ਼੍ਰੀ ਲੰਗਰ ਨੂੰ ਭੋਗ ਲੱਗਦੇ ਸਨ। ਕਲਗੀਧਰ ਪਾਤਸ਼ਾਹ ਮਹਾਰਾਜ ਤੋਂ ਬਾਅਦ ਕਿਰਪਾਨ ਨਾਲ ਭੋਗ ਲੱਗਦੇ ਸਨ ਤੇ ਲੰਗਰ ਸਿੰਘਾਂ ਦੇ ਅੰਦਰ ਫੇਰ ਵਰਤਾਇਆ ਜਾਂਦਾ ਸੀ। ਤੇ ਚਰਨ ਪੋਹਲ ਦੀ ਮਰਿਆਦਾ ਨੂੰ ਵੀ ਪਾਤਸ਼ਾਹ ਨੇ ਸੰਕੋਚ ਕੇ, ਜੋ 9 ਪਾਤਸ਼ਾਹੀਆਂ ਤੱਕ ਸੀਗੀ, ਕਲਗੀਧਰ ਪਾਤਸ਼ਾਹ ਨੇ ਖੰਡੇ ਬਾਟੇ ਦੀ ਪਾਹੁਲ ਦੀ ਮਰਿਆਦਾ ਚਲਾਈ। ਸੋ ਰਹੋ ਵਿਚਾਰ, ਕਲਗੀਧਰ ਪਾਤਸ਼ਾਹ ਮਹਾਰਾਜ ਨੇ 500 ਰੁਪਈਆ ਕੜਾਹ ਪ੍ਰਸ਼ਾਦ ਦੀ ਦੇਗ ਲਈ ਦਿੱਤਾ। ਸਮੂਹ ਸੰਗਤ ਦਾ ਇਕੱਠ ਹੋਇਆ ਨਾਂਦੇੜ ਵਿਖੇ। ਸਾਰੇ ਸਿੰਘ ਸਿੰਘਣੀਆਂ ਹਜੂਰ ਸਾਹਿਬ ਦੇ ਦੱਖਣੀ ਸਿੰਘ ਆਏ ਤੇ 5 ਸਿੰਘਾਂ ਨੇ ਮਹਾਰਾਜ ਅੱਗੇ ਅਰਦਾਸ ਕਰਕੇ ਕਲਗੀਧਰ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੱਦੀ ਦਿੱਤੀ ਤੇ ਹੁਕਮਨਾਮਾ ਲਿਆ। ਹੁਕਮਨਾਮਾ ਸਾਹਿਬ ਆਏ, ਅਬ ਚਲ ਨਗਰ ਗੋਬਿੰਦ ਗੁਰੂ ਕਾ, ਨਾਮ ਜਪਤ ਸੁਖ ਪਾਇਆ ਰਾਮ। ਤੇ ਕਲਗੀਧਰ ਪਾਤਸ਼ਾਹ ਨੇ ਹਜ਼ੂਰ ਸਾਹਿਬ ਦਾ ਨਾਮ ਹੀ ਰੱਖ ਦਿੱਤਾ ਸ਼੍ਰੀ ਅਬਚਲ ਨਗਰ ਸਾਹਿਬ। ਹੁਣ ਤੁਸੀਂ ਜਦੋਂ ਹਜ਼ੂਰ ਸਾਹਿਬ ਜਾਓ ਨਾ, ਉੱਤੇ ਸੋਨੇ ਦੇ ਨਾਲ ਲਿਖ ਕੇ ਲਗਾਇਆ ਹੈ, ਸ਼੍ਰੀ ਅਬਚਲ ਨਗਰ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ। ਅਬਚਲ ਨਗਰ ਨਾਮ ਤਾਂ ਹੀ ਪਿਆ ਸੀ ਜਦੋਂ ਹੁਕਮਨਾਮਾ ਆਇਆ ਸੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਦਿੱਤੀ ਸੀ, ਤੇ ਉੱਪਰ ਲਿਖ ਕੇ ਲਗਾਇਆ ਹੋਇਆ ਪੱਥਰ ਦੇ ਉੱਤੇ ਕਾਰ ਸੇਵਾ ਵਾਲੇ ਮਹਾਪੁਰਖਾਂ ਨੇ, ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ।
ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਿੱਤੀ। ਉਪਰੰਤ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਿੱਤੀ, ਜਿਹੜੀ ਸੰਗਤ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਮੱਥਾ ਟੇਕੇ ਤੇ ਸਤਿਗੁਰੂ ਮਹਾਰਾਜ ਜੀ ਦੇ ਜੋ ਚਰਨ ਸਨ, ਜਦੋਂ ਮੱਥਾ ਟੇਕ ਕੇ ਗੁਰੂ ਗ੍ਰੰਥ ਸਾਹਿਬ ਨੂੰ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੱਥਾ ਟੇਕਣ, ਤਦੋਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨ ਹੱਥ 'ਚ ਨਾ ਆਣ। ਸਿੰਘਾਂ ਨੇ ਕਿਹਾ, ਮਹਾਰਾਜ ਆਹ ਕੀ ਖੇਡ ਹੈ? ਮਹਾਰਾਜ ਕਹਿੰਦੇ, ਅੱਜ ਤੋਂ ਸਾਡੇ ਚਰਨ ਦੇ ਧਾਰੀ ਗੁਰੂ ਦੀ ਮਰਿਆਦਾ ਖਤਮ। ਅੱਜ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੀ ਸ਼ਬਦ ਨੇ, ਜੋ ਪ੍ਰਭ ਕੋ ਮਿਲ ਬੋਚ ਹੈ। ਜਿਹੜਾ ਪ੍ਰਭੂ ਨੂੰ ਮਿਲਣ ਦੀ ਇੱਛਾ ਰੱਖਦਾ ਹੈ, ਖੋਜ ਸ਼ਬਦ ਮੈਂ ਲੇਹ, ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੇ ਤੇ ਸਾਨੂੰ ਸ਼ਬਦ ਦੇ ਅੰਦਰੋਂ ਖੋਜ ਲਵੇ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਚਮੀ ਵਾਲੇ ਦਿਨ ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਦੂਜ ਵਾਲੇ ਦਿਨ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦੇ ਦਿੱਤੀ। ਉਸ ਤੋਂ ਪਹਿਲਾਂ ਖਾਲਸਾ ਜੀ ਇੱਕ ਖੇਡ ਹੋਰ ਵਰਤੀ, ਜਿੱਥੇ 6ਵੇਂ ਪਾਤਸ਼ਾਹ ਮਹਾਰਾਜ ਦਾ ਇੱਕ ਨਿਮਕ ਹਰਾਮੀ ਸਿੱਖ ਹੋਇਆ ਸੀ, ਪੈਂਡੇ ਖਾਨ। ਸ਼ੁਰੂ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਹਨੂੰ ਪੁੱਤਰਾਂ ਦੀ ਤਰ੍ਹਾਂ ਪਾਲਿਆ, ਪਰ ਚੌਥੀ ਕਰਤਾਰਪੁਰ ਦੀ ਜੰਗ ਦੇ ਅੰਦਰ ਗੁਰੂ ਹਰਗੋਬਿੰਦ ਸਾਹਿਬ ਦੇ ਉੱਤੇ ਫੌਜ ਚੜਾ ਕੇ ਲਿਆਇਆ 78000। ਗੁਰੂ ਹਰਗੋਬਿੰਦ ਸਾਹਿਬ ਨੇ ਉਹਨੂੰ ਝਟਕਾ ਦਿੱਤਾ। ਉਹਦੇ ਪੁੱਤਰ ਦਾ ਨਾਮ ਸੀ ਸੈਦ ਖਾਨ। ਉਹਦੇ ਅੱਗੋਂ ਪੁੱਤਰਾ ਸੈਦ ਖਾਨ ਦੇ ਪੁੱਤਰ ਦਾ ਨਾਮ ਸੀ ਗੁਲ ਖਾਨ ਤੇ ਅਤੁੱਲਾ ਖਾਨ। ਉਹ ਪੈਂਡੇ ਖਾਨ ਦੇ ਪੋਤਰੇ ਲੱਗਦੇ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਲ ਆਏ ਹਜ਼ੂਰ ਸਾਹਿਬ ਦੀ ਧਰਤੀ ਤੇ ਮਹਾਰਾਜ ਕੋਲ ਜਦੋਂ ਪਹੁੰਚੇ ਕਲਗੀਧਰ ਪਾਤਸ਼ਾਹ ਕੋਲ, ਮਹਾਰਾਜ ਨੇ ਪਹਿਲੇ ਦਿਨ 5 ਰੁਪਏ ਦਿੱਤੇ, 5 ਅਸ਼ਰਫੀ ਮੋਹਰਾਂ ਦਿੱਤੀਆਂ ਸੋਨੇ ਦੀਆਂ। ਘਰ ਜਾ ਕੇ ਮਾਂ ਨੂੰ ਦੱਸਿਆ, ਕਿਹਾ ਮਾਂ, ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 5 ਸ਼ਰਫੀਆਂ ਦਿੱਤੀਆਂ। ਕਿਹਾ ਬੇਟਾ, ਤੁਹਾਡੇ ਜਿਹੜੇ ਦਾਦਾ ਜੀ ਸੀਗੇ, ਉਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਬਹੁਤ ਪਿਆਰ ਕੀਤਾ ਸੀ, ਪਰ ਉਹਨਾਂ ਨੇ ਗੁਰੂ ਸਾਹਿਬ ਮਹਾਰਾਜ ਨਾਲ ਨਿਮਕ ਹਰਾਮੀ ਕੀਤੀ ਤਾਂ ਗੁਰੂ ਸਾਹਿਬ ਮਹਾਰਾਜ ਨੇ ਉਹਨਾਂ ਨੂੰ ਜੰਗ ਵਿੱਚ ਟਿਕਾਇਆ। ਪਰ ਤੁਸੀਂ ਗੁਰੂਆਂ ਦਾ ਸਤਿਕਾਰ ਜ਼ਰੂਰ ਕਰਿਓ। ਅਗਲੇ ਦਿਨ ਫੇਰ ਦਰਬਾਰ 'ਚ ਜਾਂਦੇ ਨੇ ਗੁਲ ਖਾਨ ਤੇ ਅਤੁੱਲਾ ਖਾਨ। ਜਦੋਂ ਦੋਨੋਂ ਦਰਬਾਰ 'ਚ ਪਹੁੰਚੇ, ਮਹਾਰਾਜ ਨੇ ਕਿਹਾ ਚੌਪੜ ਦੀ ਖੇਡ ਖੇਡਣੀ ਹੈ ਤੁਹਾਡੇ ਨਾਲ। ਦਰਬਾਰ ਦੀ ਸਮਾਪਤੀ ਤੋਂ ਬਾਅਦ ਕਲਗੀਧਰ ਪਾਤਸ਼ਾਹ ਮਹਾਰਾਜ ਅਨੰਤ ਕਲਾ ਦੇ ਮਾਲਕ ਸਨ। ਜਦੋਂ ਚੌਪੜ ਦੀ ਖੇਲ ਚੱਲ ਰਹੀ ਸੀ, ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪਣੇ ਕਮਰ ਕੱਸੇ ਚੋਂ ਖੰਜਰ ਕੱਢ ਕੇ ਸਾਹਮਣੇ ਰੱਖਤਾ ਤੇ ਗੁਲ ਖਾਨ ਪਠਾਨ ਤੇ ਅਤੁੱਲਾ ਖਾਨ ਨੂੰ ਮਹਾਰਾਜ ਛੇੜਦਿਆਂ ਹੋਇਆ ਕਹਿੰਦੇ ਗੁਲ ਖਾਨ, ਉਹ ਬੰਦਾ ਡੁੱਬ ਕੇ ਮਰ ਜਾਵੇ ਜਿਹਦਾ ਦਾਦਾ ਜਿਸ ਨੂੰ ਮਾਰਿਆ ਹੋਵੇ ਜੰਗ ਦੇ ਅੰਦਰ, ਤੇ ਅੱਗੋਂ ਉਹਦਾ ਪੋਤਰਾ ਸਾਹਮਣੇ ਬੈਠਾ ਹੋਵੇ, ਸਾਹਮਣੇ ਸੋਨਾ ਸ਼ਸਤਰ ਪਿਆ ਹੋਵੇ ਤੇ ਪਠਾਨ ਕੌਮ ਹੋਵੇ ਤੇ ਵਾਰ ਨਾ ਕਰ ਸਕੇ। ਉਹ ਇੱਕਦਮ ਅੰਦਰੋਂ ਸਹਿਕ ਗਿਆ ਵੀ ਮਹਾਰਾਜ ਤਾਂ ਮੈਨੂੰ ਇਸ਼ਾਰਾ ਕਰ ਰਹੇ ਨੇ ਵੀ ਕਿਰਪਾਨ ਮਾਰ, ਤੇ ਸਾਹਮਣੇ ਕਟਾਰ ਰੱਖ ਦਿੱਤੀ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਮਾਰਨ ਦੀ ਹਿੰਮਤ ਨਾ ਹੋਈ, ਕਿਉਂਕਿ ਬੱਬਰ ਸ਼ੇਰ ਵਰਗਾ ਸਤਿਗੁਰਾਂ ਦਾ ਸਰੂਪ ਸੀ, ਅੱਖਾਂ 'ਚ ਅੱਖਾਂ ਪਾਉਂਦੇ ਹੀ ਅੱਖਾਂ ਨੀਵੀਂ ਕਰ ਲਵੇ। ਅਗਲੇ ਦਿਨ ਫੇਰ ਸਰੂਪ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਦੀਵਾਨ ਦੇ ਅੰਦਰ ਆਇਆ। ਮਹਾਰਾਜ ਨੇ ਦੂਜੇ ਦਿਨ ਵੀ 5 ਸੋਨੇ ਦੀਆਂ ਮੋਹਰਾਂ ਦੇ ਕੇ ਤੋਰਤਾ। ਜਦੋਂ ਤੀਸਰੇ ਦਿਨ ਆਏ, ਕਲਗੀਧਰ ਪਾਤਸ਼ਾਹ ਮਹਾਰਾਜ ਨੇ ਕਿਹਾ ਗੁਲ ਖਾਨ, ਸਾਹਮਣੇ ਆਪਣਾ ਵਡੇਰਿਆਂ ਦਾ ਕਾਤਲ ਬੈਠਾ ਹੋਵੇ, ਸੋਹਣਾ ਸ਼ਸਤਰ ਹੋਵੇ, ਜੇ ਨਾ ਮਾਰੀਏ ਤਾਂ ਹਰਾਮਖੋਰੀ ਦਾ ਦਾਗ ਲੱਗਦਾ। ਇੱਕ ਵਾਰੀ ਤਾਂ ਗੁਲ ਖਾਨ ਦੇ ਮਨ ਚ ਆਈ, ਕਟਾਰ ਸਾਹਮਣੇ ਵਾਲੀ ਚੱਕਾਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਛਾਤੀ 'ਚੋਂ ਪਾਰ ਕਰ ਦੇਵਾਂ, ਪਰ ਹਿੰਮਤ ਨਾ ਹੋਈ ਇੰਨੀ ਗੱਲ ਕਰਨ ਦੀ ਤੇ ਵਾਪਸ ਘਰ ਪਹੁੰਚ ਗਿਆ। ਮਾਂ ਨੂੰ ਜਾ ਕੇ ਦੱਸਿਆ ਵੀ ਗੁਰੂ ਸਾਨੂੰ ਐਦਾਂ ਬਾਰ-ਬਾਰ ਸ਼ਸਤਰ ਚੱਕਣ ਲਈ ਉਕਸਾਉਂਦੇ ਨੇ, ਪਰ ਅਸੀਂ ਸ਼ਸਤਰ ਚੱਕਣ ਦੀ ਹਿੰਮਤ ਨਹੀਂ ਰੱਖ ਪਾ ਰਹੇ। ਰਾਤ ਨੂੰ ਭਰਾ ਦੇ ਨਾਲ ਸਲਾਹ ਕੀਤੀ ਕਿ ਜਿੱਥੇ ਗੁਰੂ ਤੰਬੂ ਦੇ ਅੰਦਰ ਸੋ ਰਹੇ ਨੇ, ਸੌਂਦੇ ਹੋਏ ਗੁਰੂ ਦੇ ਉੱਤੇ ਵਾਰ ਕਰਾਂਗੇ। ਅਤੁੱਲਾ ਖਾਨ ਤੇ ਗੁਲ ਖਾਨ ਦੋਨੋਂ ਰਾਤ ਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਤੰਬੂ ਦੇ ਅੰਦਰ ਕੋਲ ਨੇੜੇ ਪਹੁੰਚ ਗਏ। ਬਾਹਰ ਭਾਈ ਆਲਮ ਸਿੰਘ ਜੀ ਨੱਚਣਾ, ਜਿਨ੍ਹਾਂ ਦਾ ਜ਼ਿਕਰ ਆਇਆ ਇਤਿਹਾਸ ਦੇ ਅੰਦਰ, 8 ਪੈਰ ਕਦੀ ਉਹ ਸੋਏ ਹੀ ਨਹੀਂ। 24 ਘੰਟੇ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਹਜ਼ੂਰੀ ਦੇ ਅੰਦਰ ਤਤਪਰ ਰਹੇ ਨੇ ਸੇਵਾ 'ਚ। ਬਚਿੱਤਰ ਨਾਟਕ ਦੇ ਅੰਦਰ ਕਲਗੀਧਰ ਪਾਤਸ਼ਾਹ ਨੇ ਲਿਖਿਆ ਕਿ ਜਦੋਂ ਸਾਡੇ ਤੇ ਵੈਰੀ ਚੜ ਕੇ ਆਇਆ, ਆਨ ਆਲਮੈ ਹਮੈ ਜਗਾਇਓ, ਤਦੋਂ ਆਲਮ ਸਿੰਘ ਨੇ ਸਾਨੂੰ ਰਾਤੀ 12 ਵਜੇ ਆ ਕੇ ਉਠਾਇਆ ਸੀ। ਭਾਈ ਆਲਮ ਸਿੰਘ ਜੀ ਇੰਨੇ ਤਤਪਰ ਸਨ।
ਕਲਗੀਧਰ ਪਾਤਸ਼ਾਹ ਮਹਾਰਾਜ ਦੇ ਤੰਬੂ ਦੀ ਘੁੰਮ ਕੇ ਪਰਿਕਰਮਾ ਕਰਕੇ ਨਾ ਰਾਖੀ ਕਰ ਰਹੇ ਸਨ। ਪਰ ਅੱਖ ਬਚਾ ਕੇ ਦੋਨੇ ਪਠਾਨ ਤੰਬੂ ਫਾੜ ਕੇ ਅੰਦਰ ਪਹੁੰਚ ਗਏ। ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਪਤਾ ਲੱਗ ਗਿਆ, ਮਹਾਰਾਜ ਨੇ ਨੇਤਰ ਬੰਦ ਹੀ ਰੱਖੇ। ਗੁਲ ਖਾਨ ਪਠਾਨ ਨੇ ਆਪਣੀ ਕਟਾਰ ਕੱਢੀ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਮਾਰਨ ਲਈ ਉੱਪਰ ਵਾਰ ਚੱਕਿਆ ਤੇ ਜ਼ੋਰ ਦੇਣੀ ਵਾਰ ਮਹਾਰਾਜ ਦੀ ਵੱਖੀ ਦੇ ਵਿੱਚ ਮਾਰਿਆ, ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ। ਮਹਾਰਾਜ ਨੇ ਸਿਰ ਦੇ ਥੱਲੋਂ ਤੇਗ ਕੱਢੀ, ਵਾਰ ਸੰਭਾਲਦੇ ਹੋਏ ਗੁਲ ਖਾਨ ਦਾ ਸਿਰ ਥੱਲੇ ਕੀਤਾ, ਲਾ ਕੇ ਉਹਦਾ ਸਿਰ ਵੀ ਲਾ ਦਿੱਤਾ। ਇੰਨੀ ਦੇਰ ਨੂੰ ਅਤੁੱਲਾ ਖਾਨ ਭੱਜਣ ਲੱਗਿਆ ਤੇ ਮਹਾਰਾਜ ਨੇ ਜ਼ੋਰ ਦੇ ਹਾਕ ਮਾਰੀ, ਸੇਵਾਦਾਰ ਸਿੰਘ ਕਿੱਥੇ ਹੈ? ਸਾਨੂੰ ਕਟਾਰ ਵੱਜੀ ਹੈ, ਪਠਾਣਾ ਨੇ ਕਟਾਰ ਮਾਰੀ ਹੈ। ਕਲਗੀਧਰ ਪਾਤਸ਼ਾਹ ਦੀ ਵੱਖੀ ਚੋਂ ਖੂਨ ਦੀ ਧਾਰਾਂ ਨਿਕਲਣ ਲੱਗ ਪਈਆਂ। ਉਧਰੋਂ ਭਾਈ ਆਲਮ ਸਿੰਘ ਜੀ ਨੱਚਣਾ ਨੇ ਜ਼ੋਰ ਦੇ ਸਿੰਘਾਂ ਨੂੰ ਹੋਕਾ ਦਿੱਤਾ ਤੇ ਅਤੁੱਲਾ ਖਾਨ ਨੂੰ ਭਾਈ ਲੱਖਾ ਸਿੰਘ ਨੇ ਅੱਗੇ ਢਾ ਕੇ ਉਹਦਾ ਵੀ ਸੀਸ ਵੱਢ ਦਿੱਤਾ। ਦੋਨੋਂ ਸੀਸ ਜਦੋਂ ਵੱਢੇ ਗਏ, ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦੋ ਜ਼ਖਮ ਸੀਗੇ, ਕਿਉਂਕਿ 1700 ਦੇ ਅੰਦਰ ਅੰਗਰੇਜ਼ ਆ ਗਏ ਸੀਗੇ ਹਿੰਦੁਸਤਾਨ ਦੇ ਅੰਦਰ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਲਈ ਫਿਰ ਅੰਗਰੇਜ਼ੀ ਡਾਕਟਰ ਆਇਆ, ਉਸਨੇ ਟਾਂਕੇ ਲਗਾਏ, ਜਿਹੜੇ ਟੋਪ ਸੀਗੇ ਸੀ ਦਿੱਤੇ ਗਏ, ਕਲਗੀਧਰ ਪਾਤਸ਼ਾਹ ਦੀ ਵੱਖੀ ਸੀ ਦਿੱਤੀ ਗਈ। ਇਤਿਹਾਸਕਾਰਾਂ ਨੇ ਲਿਖਿਆ 16 ਦਿਨ ਦੇ ਅੰਦਰ ਅੰਦਰ ਮਹਾਰਾਜ ਦੇ ਜੋ ਟਾਂਕੇ ਸੀਗੇ ਉਹ ਬਿਲਕੁਲ ਠੀਕ ਹੋਣ ਲੱਗ ਪਏ, ਬਿਲਕੁਲ ਠੀਕ ਹੋਣ ਲੱਗ ਪਏ। ਜਿਹੜੇ ਟੋਪ ਸੀਗੇ ਉਸ ਜਿਹੜੀ ਵੱਖੀ ਦੇ ਅੰਦਰ ਗੁਲ ਖਾਨ ਪਠਾਨ ਨੇ ਖੰਜਰ ਮਾਰਿਆ ਸੀ, ਅੰਗਰੇਜ਼ੀ ਡਾਕਟਰ ਬਹਾਦਰ ਸ਼ਾਹ ਜ਼ਫਰ ਨੇ ਭੇਜਿਆ ਸੀਗਾ ਮਹਾਰਾਜ ਦੀ ਸੇਵਾ ਦੇ ਲਈ। ਕਲਗੀਧਰ ਪਾਤਸ਼ਾਹ ਮਹਾਰਾਜ ਠੀਕ ਹੋਣ ਲੱਗ ਪਏ ਤੇ ਇੱਕ ਦਿਨ ਸੰਗਤ ਦੇ ਅੰਦਰ ਹੀ ਦੋ ਫੌਜਬਰਦਾਰ ਆਏ ਜੋ ਬੜੇ ਜ਼ਿਆਦਾ ਬਲੀ ਸੀਗੇ, 7.5 ਫੁੱਟ ਕੱਦ ਉਹਨਾਂ ਦਾ। ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਮੱਥਾ ਟੇਕਿਆ ਤੇ ਸਾਹਮਣੇ ਬੈਠ ਗਏ। ਅੱਗੇ ਜਿਵੇਂ ਇੱਥੇ ਸ਼ਸਤਰਾਂ ਦਾ ਪ੍ਰਕਾਸ਼ ਹੈ, ਹਜ਼ੂਰ ਸਾਹਿਬ ਵੀ ਸ਼ਸਤਰਾਂ ਦਾ ਪ੍ਰਕਾਸ਼ ਸੀ। ਉਹ ਦੋਨਾਂ ਨੇ ਸੰਗਤ ਹੀ ਬੈਠੇ ਆਪਸ ਦੇ ਅੰਦਰ ਗੱਲ ਕਰ ਰਹੇ ਨੇ ਧੀਰੇ ਜੇ। ਕਿਹਾ ਮਹਾਰਾਜ ਦਾ ਇੰਨਾ ਕੋਮਲ ਸਰੀਰ ਹੈ, ਅੱਗੇ 9 ਟੰਕਾ ਧਨੁਸ਼ ਪਿਆ ਐਡਾ ਭਾਰੀ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਿੱਥੇ ਚੱਕ ਲੈਂਦੇ ਹੋਣੇ। ਦੂਜਾ ਹੱਸ ਕੇ ਬੋਲਿਆ, ਹਾਂ ਅਕਸਰ ਗੁਰੂਆਂ ਨੂੰ ਸ਼ੌਂਕ ਹੁੰਦਾ ਹੈ ਮਹਿੰਗੀ ਚੀਜ਼ਾਂ ਰੱਖਣ ਦਾ। ਜਦੋਂ ਉਨ ਦੋਨਾਂ ਦੀ ਗੱਲ ਪਾਤਸ਼ਾਹ ਨੇ ਅੰਤਰਯਾਮੀ ਗੁਰੂ ਨੇ ਬੈਠੀ ਤਖਤ ਤੇ ਜਾਣ ਲਈ, ਮਹਾਰਾਜ ਨੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਕਿਹਾ, ਸੰਗਤ ਜੀ ਅੱਜ ਅਸੀਂ ਸ਼ਸਤਰਾਂ ਦੇ ਜ਼ੋਰ ਦਿਖਾਣਾ ਚਾਹੁੰਦੇ ਹਾਂ। ਮਹਾਰਾਜ ਨੇ 9 ਟੰਕਾ ਧਨੁਸ਼ ਖੱਬੇ ਹੱਥ ਨਾਲ ਚੁੱਕ ਲਿਆ ਤੇ ਜਦੋਂ ਉਸ ਦੀ ਪ੍ਰਤਿਅੰਚਾ ਚੜਾਉਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ, ਪ੍ਰਤਿਅੰਚਾ ਕਹਿੰਦੇ ਨੇ ਡੋਰੀ ਨੂੰ, ਜਦੋਂ ਡੋਰੀ ਚੜਾਉਣ ਲੱਗੇ ਇੱਕ ਪਾਸਿਓਂ ਥੱਲੇ ਖਿੱਚਿਆ, ਪ੍ਰਤਿਅੰਚਾ ਚੜਾਉਣ ਲੱਗੇ ਸਤਿਗੁਰਾਂ ਦੇ ਜਿਹੜੇ ਟੋਪ ਸੀਗੇ, ਟਾਂਕੇ ਸੀ, ਉਹ ਫਟ ਗਏ ਤੇ ਉਹਨਾਂ 'ਚੋਂ ਦੁਬਾਰਾ ਖੂਨ ਰਿਸਣ ਲੱਗ ਪਿਆ। ਤੇ ਉਹ ਜਿਹੜੇ ਦੋਨੇ ਬੈਠੇ ਸੀ ਫੌਜਬਰਦਾਰ ਕਲਗੀਧਰ ਪਾਤਸ਼ਾਹ ਕੋਲ ਮਾਫੀ ਮੰਗਣ ਆ ਗਏ। ਮਹਾਰਾਜ ਅਸੀਂ ਫੁਰਨਾ ਕੀਤਾ ਸੀ, ਤੁਸੀਂ ਸਾਡਾ ਸ਼ੰਕਾ ਕੱਢਣ ਦੇ ਲਈ ਮਹਾਰਾਜ ਆਪਣੇ ਸਰੀਰ ਦੇ ਉੱਤੇ ਫੇਰ ਜ਼ਖਮ ਹਰਾ ਕਰ ਲਿਆ। ਅਸੀਂ ਪਾਤਸ਼ਾਹ ਬੜੀ ਮਾਫੀ ਚਾਹੁੰਦੇ ਹਾਂ। ਭਾਈ ਦਇਆ ਸਿੰਘ, ਧਰਮ ਸਿੰਘ ਇਤਿਆਦ ਸਿੰਘਾਂ ਨੇ ਕਿਹਾ, ਮਹਾਰਾਜ ਡਾਕਟਰ ਨੂੰ ਬੁਲਾ ਲਈਏ, ਫੇਰ ਦੁਬਾਰਾ ਮਲਮ ਪੱਟੀ ਕਰਾਈਏ। ਸਤਿਗੁਰਾਂ ਨੇ ਮਨਾ ਕਰ ਦਿੱਤਾ। ਮਹਾਰਾਜ ਨੇ ਕਿਹਾ ਨਹੀਂ, ਹੁਣ ਮਲਮ ਪੱਟੀ ਨਹੀਂ ਕਰਾਣੀ। ਫੇਰ ਦੂਜ ਵਾਲੇ ਦਿਨ ਮਹਾਰਾਜ ਨੇ ਜੋ ਪ੍ਰਸੰਗ ਆਪ ਜੀ ਨੇ ਸੁਣਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਦੇ ਦਿੱਤਾ। ਉਪਰੰਤ ਫੇਰ ਪੰਚਮੀ ਦਾ ਦਿਨ ਆਇਆ ਜੋ ਖਾਲਸਾ ਜੀ ਅੱਜ ਵਾਲਾ ਦਿਨ ਹੈ। 1765 ਬਿਕਰਮੀ ਨੂੰ ਕਲਗੀਧਰ ਪਾਤਸ਼ਾਹ ਨਾਂਦੇੜ ਆਏ ਸੀ, ਯਾਨੀ ਕਿ 1707 ਈਸਵੀ ਨੂੰ ਜੋ ਹੁਣ ਚੱਲ ਰਿਹਾ ਈਅਰ, ਤੇ 1708 ਨੂੰ ਮਹਾਰਾਜ ਜੋਤੀ ਜੋਤ ਸਮਾਏ ਅੱਜ ਵਾਲੇ ਦਿਨ। ਕਲਗੀਧਰ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਿੰਘਾਂ ਨੂੰ ਹੁਕਮ ਲਾਇਆ, ਸਿੰਘੋ ਚੰਦਨ ਦੀ ਚਿਖਾ ਚਿਣਵਾਓ। ਜਿੱਥੇ ਅੱਜ ਸੱਚਖੰਡ ਸਥਾਨ ਹੈ, E ਨੰਬਰ ਗੇਟ ਤੋਂ ਜੇ ਅਸੀਂ ਬਾਹਰ ਜਾਈਏ ਪਿਛਲੇ ਪਾਸੇ, ਉੱਥੇ ਗੁਰਦੁਆਰਾ ਗੁਰੂ ਕਾ ਬਾਗ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਦੇ ਲਈ ਸਿੰਘਾਂ ਨੇ ਚੰਦਨ ਦੀ ਚਿਖਾ ਚਿਣਵਾਈ। ਚਾਰੇ ਪਾਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੰਬੂ ਲਗਵਾਇਆ ਤੇ ਸਿੰਘਾਂ ਨੂੰ ਹੁਕਮ ਕੀਤਾ, ਸਾਡੇ ਪਿੱਛੋਂ ਕਿਸੇ ਨੇ ਵੀ ਰੁਦਨ ਨਹੀਂ ਕਰਨਾ, ਰੋਣਾ ਨਹੀਂ, ਅਸੀਂ ਸਣੇ ਦੇ ਹੀ ਸੱਚਖੰਡ ਜਾਵਾਂਗੇ। ਕਲਗੀਧਰ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਰਾਤ ਰਹਿੰਦੇ ਅੰਮ੍ਰਿਤ ਵੇਲੇ ਉੱਠੇ ਨੇ, ਕੇਸ਼ੀ ਇਸ਼ਨਾਨ ਕੀਤਾ, ਸਰਬਲੋਹ ਦਾ ਕਮਰ ਕੱਸਾ ਕਰਕੇ ਕਲਗੀਧਰ ਪਾਤਸ਼ਾਹ ਨੇ ਜਿਗਾ ਸਜਾਈ, ਕਲਗੀ ਲਾਈ, ਸਾਰੇ ਸ਼ਸਤਰ ਤਿਆਰ ਬਰ ਤਿਆਰ ਕਰਕੇ ਆਪਣੇ ਸੁਪੈਦੀ ਘੋੜੇ ਦੇ ਉੱਤੇ ਕਲਗੀਧਰ ਪਾਤਸ਼ਾਹ ਨੀਲੇ ਘੋੜੇ ਤੇ ਸਵਾਰ ਹੋਏ।
कलगीधर पातशाह ने सारे सिंघां नूं फतेह बुलाई। भाई मणि सिंह जी उसी प्रकार गुरु ग्रंथ साहिब महाराज दे हजूर खड़े सन। भाई संतोख सिंह जी, भाई गुरबख्श सिंह जी ਅਤੇ होर इत्यादि सारी संगत नूं महाराज ने फतेह बुलाई। ते महाराज ने फतेह बुलाण तो बाद ਸਿੰਘਾਂ ਨੂੰ कुछ अखीरले बचन कहे। खालसा जी असीं सणे घोड़े हुण अपनी चिखा दे अंदर जा रहे हां, पर ਇਹ अग्नि साडे रोम ਨੂੰ भी छेक नहीं सकेगी, जला नहीं सकेगी। अग्नि शांत होण तो बाद 1.5 पैर तो बाद अग्नि शांत हो जाएगी। ਅਸੀਂ सणे घोड़े सचखंड विखे जावांगे ते साडी एक करद किरपान ਤੁਹਾਨੂੰ ਅੰਗੀਠੇ ਚੋਂ ਮਿਲੇਗੀ। ਉਹ ਕਿਰਪਾਨ ਨੂੰ ਸਾਡੇ ਦਰਸ਼ਨਾਂ ਲਈ, ਸੰਗਤ ਲਈ ਰੱਖਣਾ ਤੇ ਇੱਥੇ ਲੰਗਰ ਚਲਾਣਾ, ਸਾਡਾ ਸਥਾਨ ਨਹੀਂ ਬਣਾਉਣਾ। ਜਿਹੜਾ ਵੀ ਸਾਡਾ ਸਥਾਨ ਬਣਾਏਗਾ ਉਹਦੀ ਕੁਲ ਦਾ ਨਾਸ਼ ਹੋ ਜਾਵੇਗਾ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇਹ ਬਚਨ ਕੀਤੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸੰਗਤ ਸਾਰੀ ਬੇਬਲ ਹੋ ਕੇ ਅੱਖਾਂ ਦੇ ਅੰਦਰੋਂ ਹੰਝੂ ਲਿਆ ਕੇ ਬਹੁਤ ਰੁਦਨ ਕਰ ਰਹੀ ਹੈ, ਕਿਉਂਕਿ ਜਿਹੜੇ ਪਾਤਸ਼ਾਹ ਦੇ ਨਾਲ ਲਾੜ ਲੜਾਏ ਸੀ ਅੱਜ ਜੋਤੀ ਜੋਤ ਸਮਾ ਰਹੇ ਨੇ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਘੋੜਾ ਕਨਾਤ ਦੇ ਅੰਦਰ ਕਰਕੇ ਸੱਚੇ ਪਾਤਸ਼ਾਹ ਚਿਖਾ ਤੇ ਸਵਾਰ ਹੋਏ। 1.5 ਪਹਿਰ ਤੋਂ ਬਾਅਦ ਜਦੋਂ ਅਗਨੀ ਸ਼ਾਂਤ ਹੋਈ, ਤਕਰੀਬਨ 1.5-2 ਘੰਟੇ ਬਾਅਦ, ਤੇ ਉਧਰੋਂ ਕਲਗੀਧਰ ਪਾਤਸ਼ਾਹ ਦੇ ਹੁਕਮ ਅਨੁਸਾਰ ਅੰਦਰੋਂ ਕਰਦ ਨਿਕਲੀ ਤੇ ਉੱਤੋਂ ਆਸਮਾਨ ਤੋਂ ਜਕਾਰਿਆਂ ਦੀ ਆਵਾਜ਼ ਆਵੇ, ਫੁੱਲਾਂ ਦੀ ਵਰਖਾ ਹੋਵੇ। 33 ਕਰੋੜ ਦੇਵੀ ਦੇਵਤੇ ਕਲਗੀਧਰ ਪਾਤਸ਼ਾਹ ਨੂੰ ਸੱਚਖੰਡ ਲੈਣ ਆਏ। ਸ਼੍ਰੀ ਕਲਗੀਧਰ ਪਾਤਸ਼ਾਹ ਮਹਾਰਾਜ ਸੱਚਖੰਡ ਪਿਆਨਾ ਕੀਤਾ ਤੇ ਉਧਰੋਂ ਜਦੋਂ ਕਰਦ ਨਿਕਲੀ ਤੇ ਸਾਰੇ ਸਿੰਘਾਂ ਨੇ ਵਿਚਾਰ ਕੀਤੀ ਮਹਾਰਾਜ ਦੇ ਬਚਨ ਸੱਚ ਹੋਏ। ਉਹੀ ਕਿਰਪਾਨ ਜਦੋਂ ਖਾਲਸਾ ਜੀ ਅੱਜ ਤੁਸੀਂ ਹਜ਼ੂਰ ਸਾਹਿਬ ਜਾਓ ਨਾ, ਸਮਾਪਤੀ ਤੋਂ ਬਾਅਦ ਛੋਟੀ ਕਿਰਪਾਨ ਸੋਨੇ ਦੀ ਡੱਬੀ ਚੋਂ ਕੱਢ ਕੇ ਦਰਸ਼ਨ ਕਰਾਉਂਦੇ ਨੇ ਤੇ ਉਹ ਕਿਰਪਾਨ ਕਲਗੀਧਰ ਪਾਤਸ਼ਾਹ ਦੇ ਕਮਰ ਕੱਸੇ ਦੀ ਹੈ। ਸਭ ਤੋਂ ਅਖੀਰ ਦੇ ਅੰਦਰ ਉਸ ਕਿਰਪਾਨ ਦੇ ਦਰਸ਼ਨ ਕਰਾਏ ਜਾਂਦੇ ਨੇ। ਤਖਤ ਇਸ਼ਨਾਨ ਦੀਵਾਲੀ ਵਾਲੇ ਦਿਨ ਵੀ ਉਸ ਕਿਰਪਾਨ ਦੇ ਦਰਸ਼ਨ ਕਰਾਏ ਜਾਂਦੇ ਨੇ। ਸਾਰੀ ਸੰਗਤ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਤੋਂ ਇਸ ਪ੍ਰਕਾਰ ਵਿਦਾਇਗੀ ਲੈ ਲਈ। ਕਲਗੀਧਰ ਪਾਤਸ਼ਾਹ ਮਹਾਰਾਜ ਦੇਹੀ ਰੂਪ ਦੇ ਅੰਦਰ ਸੱਚਖੰਡ ਗਏ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੰਘਾਂ ਨੂੰ ਬਾਅਦ ਚੋਂ ਵੀ ਦਰਸ਼ਨ ਦਿੰਦੇ ਰਹੇ। ਪ੍ਰਸਾਖੀਆਂ ਬਹੁਤ ਆਂਦੀਆਂ ਨੇ, ਪਰ ਹੁਣ ਸਮਾਂ ਨਹੀਂ, ਕਿਉਂਕਿ ਬਾਲਾ ਰਾਓ ਤੇ ਰੁਸਤਮ ਰਾਓ ਦਾ ਪ੍ਰਸੰਗ ਜਿਹੜੇ ਮਨਮਾੜ ਗੁਰਦੁਆਰਾ ਗੁਪਤਸਰ ਸਾਹਿਬ, ਉੱਥੋਂ ਮਹਾਰਾਜ ਨੇ ਉਹਨਾਂ ਨੂੰ ਰਿਹਾ ਵੀ ਕਰਾਇਆ ਸੀ ਆਪਣੇ ਜੋਤੀ ਜੋਤ ਸਮਾਉਣ ਤੋਂ ਬਹੁਤ ਸਮੇਂ ਬਾਅਦ। ਸੋ ਖਾਲਸਾ ਜੀ ਮਹਾਰਾਜ ਸੱਚਖੰਡ ਵਿਖੇ ਪਿਆਨਾ ਕੀਤਾ। ਜਦੋਂ ਖਾਲਸਾ ਜੀ ਮਹਾਰਾਜ ਸੱਚਖੰਡ ਵਿਖੇ ਪਿਆਨਾ ਕੀਤਾ ਤੇ ਉਹਦੇ ਬਾਅਦ ਭਾਈ ਸੰਤੋਖ ਸਿੰਘ ਜੀ ਸੀਗੇ ਉੱਥੇ, ਮਹਾਰਾਜ ਨੇ ਉਹਨਾਂ ਨੂੰ ਹੁਕਮ ਲਾਇਆ ਸੀ ਵੀ ਤੁਸੀਂ ਲੰਗਰ ਚਲਾਣਾ ਤੇ ਸਾਡਾ ਸਥਾਨ ਨਹੀਂ ਬਣਾਉਣਾ। ਪਰ ਅੰਗਰੇਜ਼ਾਂ ਨੇ ਮਿਹਣਾ ਮਾਰਿਆ ਸੀਗਾ ਮਹਾਰਾਜੇ ਰਣਜੀਤ ਸਿੰਘ ਨੂੰ, ਕਿਹਾ ਮਹਾਰਾਜਾ ਰਣਜੀਤ ਸਿੰਘ ਅਸੀਂ ਤੁਹਾਡੇ ਗੁਰੂ ਦਾ ਸਥਾਨ, ਪਤਾ ਲੱਗਿਆ ਸਾਨੂੰ ਵੀ ਬਈ ਤੁਹਾਡੇ ਗੁਰੂ ਦਾ ਜਿਹੜਾ ਅਖੀਰਲੇ ਗੁਰੂ ਹੋਏ ਨੇ ਉਹਨਾਂ ਦਾ ਸਥਾਨ ਨਹੀਂ ਬਣਿਆ, ਅਸੀਂ ਇੰਗਲੈਂਡ ਦੀ ਰਾਣੀ ਤੋਂ ਖਰਚੇ ਦੇ ਉੱਤੇ ਮੰਗਵਾ ਕੇ ਉਹ ਸਥਾਨ ਬਣਵਾ ਦਿੰਨੇ ਆ। ਮਹਾਰਾਜੇ ਰਣਜੀਤ ਸਿੰਘ ਨੂੰ ਗੱਲ ਬੜੀ ਚੁੱਭੀ, ਪਰ ਉਧਰੋਂ ਉਹ ਬਚਨ ਵੀ ਸਿੰਘਾਂ ਦੇ ਅੰਦਰੋਂ ਬੜਾ ਮਸ਼ਹੂਰ ਸੀ ਵੀ ਮਹਾਰਾਜ ਨੇ ਕਹੀ ਹੈ ਗੱਲ ਵੀ ਜਿਹੜਾ ਵੀ ਮੇਰੇ ਅੰਗੀਠੇ ਨੂੰ ਫਰੋਲੇਗਾ, ਸੇਵਾ ਸੰਭਾਲ ਕਰਾਏਗਾ, ਉਹਦੀ ਕੁਲ ਦਾ ਨਾਸ਼ ਹੋ ਜਾਵੇਗਾ। ਪਰ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਕੋਈ ਗੱਲ ਨਹੀਂ, ਮੇਰੀ ਕੁਲ ਤੋਂ ਉੱਤੇ ਵੀ ਗੁਰੂ ਦਾ ਸਥਾਨ ਹੈ, ਨਾਲੇ ਅੰਗਰੇਜ਼ ਕਿਧਰੇ ਇਹ ਨਾ ਹੋਵੇ ਗੁਰੂ ਦੇ ਸਥਾਨ ਨੂੰ ਬਣਾਉਂਦੇ ਹੋਏ ਕੋਈ ਬੇਦਬੀ ਕਰ ਦੇਣ ਜਾਂ ਉਸ ਸਥਾਨ ਦੇ ਉੱਤੇ ਮਰਿਆਦਾ ਅੰਗ ਭੰਗ ਕਰਨ, ਕਿਉਂਕਿ ਖਾਲਸਾ ਜੀ ਕੇਵਲ ਤੇ ਕੇਵਲ ਹਜ਼ੂਰ ਸਾਹਿਬ ਉਹ ਪਾਵਨ ਪਵਿੱਤਰ ਸਥਾਨ ਹੈ ਜਿੱਥੇ ਮਹਾਰਾਜ ਦੀ ਕੋਈ ਵੀ ਨਿਸ਼ਾਨੀ ਨੂੰ ਛੇੜਿਆ ਨਹੀਂ ਗਿਆ। ਜਿਸ ਤਰ੍ਹਾਂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਛੱਡੀਆਂ ਸੀ, ਉਹ ਅੱਜ ਵੀ ਮਰਿਆਦਾ ਉਸੇ ਤਰ੍ਹਾਂ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਉੱਥੇ ਅੱਜ ਵੀ ਨਗਰ ਕੀਰਤਨ ਵਿੱਚ ਘੋੜਾ ਲੈ ਕੇ ਜਾਇਆ ਜਾਂਦਾ ਹੈ, ਜਿਸ ਤਰ੍ਹਾਂ ਪਹਿਲੇ ਲੈ ਕੇ ਜਾਇਆ ਜਾਂਦਾ ਸੀ। ਕਲਗੀਧਰ ਪਾਤਸ਼ਾਹ ਮਹਾਰਾਜ ਨੂੰ 2 ਵੇਲੇ ਸ਼ਹੀਦੀ ਦੇਗਾਂ ਦੇ ਸੁੱਖੇ ਦੇ ਭੋਗ ਲੱਗਦੇ ਨੇ, ਉਹ ਅੱਜ ਵੀ ਉਸੇ ਪ੍ਰਕਾਰ ਹੀ ਭੋਗ ਲੱਗਦੇ ਨੇ। ਪੁਜਾਰੀ ਸਿੰਘ ਨੇ, ਉਹ ਪੁਜਾਰੀ ਸਿੰਘ ਉਸੇ ਪ੍ਰਕਾਰ ਮਰਿਆਦਾ ਨਿਭਾ ਰਹੇ ਨੇ, ਜਿਸ ਤਰ੍ਹਾਂ ਚੰਦਨ ਦਾ ਟਿੱਕਾ ਤਿਆਰ ਕਰਕੇ ਲਾਉਂਦੇ ਸੀ, ਅੱਜ ਵੀ ਗੁਰੂ ਗ੍ਰੰਥ ਸਾਹਿਬ ਨੂੰ ਉਸੇ ਤਰ੍ਹਾਂ ਟਿੱਕਾ ਲੱਗਦਾ। ਕੋਈ ਵੀ ਮਰਿਆਦਾ ਦੇ ਅੰਦਰ ਛੇੜਖਾਨੀ ਨਹੀਂ ਕੀਤੀ ਗਈ। ਤਾਂ ਹੀ ਸੰਗਤਾਂ ਕਹਿੰਦੀਆਂ ਨੇ ਹਜੂਰ ਸਾਹਿਬ ਜਾਈਏ ਤੇ ਸਭ ਤੋਂ ਜ਼ਿਆਦਾ ਆਨੰਦ ਆਉਂਦਾ। ਉਹਦਾ ਕਾਰਨ ਹੀ ਇਹੀ ਹੈ ਕਿਉਂਕਿ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਝਟਕਿਆਂ ਦੀ ਮਰਿਆਦਾ, ਮਹਾਰਾਜ ਦੀ ਸ਼ਹੀਦੀ ਦੇਗਾਂ ਦੀ ਮਰਿਆਦਾ, ਮਹਾਰਾਜ ਦੇ ਚੰਦਨ ਦੇ ਟਿੱਕਿਆਂ ਦੀ ਮਰਿਆਦਾ, ਉੱਥੇ ਕੋਈ ਛੇੜਖਾਨੀ ਨਹੀਂ ਕੀਤੀ ਗਈ। ਕਲਗੀਧਰ ਪਾਤਸ਼ਾਹ ਮਹਾਰਾਜ ਤੇ ਸ਼ਰਧਾ ਰੱਖ ਕੇ ਦੱਖਣੀ ਸਿੰਘ ਸੇਵਾ ਕਰਦੇ ਨੇ ਤੇ ਹਜੂਰੀ ਸਿੰਘ ਉੱਥੇ ਦੀ ਸੇਵਾ ਨਿਭਾਉਂਦੇ ਨੇ। ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਜੋਤੀ ਜੋਤ ਸਮਾਉਣ ਲੱਗੇ ਸੀ
ਤੇ ਆ ਉਹ ਖੀਰਲਾ ਸ਼ਬਦ ਮਹਾਰਾਜ ਨੇ ਰਾਗੀ ਸਿੰਘਾਂ ਪਾਸੋਂ ਕੀਰਤਨ ਰੂਪ ਵਿੱਚ ਸਰਵਣ ਕੀਤਾ ਸੀ, ਜੋ ਭਾਈ ਅਬੀਦ ਸਿੰਘ ਜੀ ਨੇ ਪੜ੍ਹਿਆ ਹੈ। ਆਓ 2 ਮਿੰਟ ਦੇ ਅੰਦਰ ਗੁਰੂ ਸਾਹਿਬ ਕਿਰਪਾ ਕਰਨ ਦੇ ਅਰਥ ਵਿਚਾਰ ਕੇ ਕਥਾ ਦੀ ਸਮਾਪਤੀ ਕਰੀਏ। ਮਾਰੂ ਰਾਗ ਦੇ ਅੰਦਰ 1000 ਪਾਵਨ ਪਵਿੱਤਰ ਅੰਗ ਦੇ ਉੱਤੇ ਇਹ ਸ਼ਬਦ ਸੁਸ਼ੋਭਿਤ ਹੈ। ਆਓ ਇਸ ਦੀ ਕਥਾ ਸਰਵਣ ਕਰੀਏ ਜੀ। ਖੁੱਲਿਆ ਕਰਮ ਕਿਰਪਾ ਪਈ ਠਾਕੁਰ। ਸੱਚੇ ਪਾਤਸ਼ਾਹ ਮਾਰੂ ਰਾਗ ਦੇ ਅੰਦਰ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਪਾਵਨ ਪਵਿੱਤਰ ਸ਼ਬਦ ਹੈ ਜੀ। ਖੁੱਲਿਆ ਕਰਮ ਕਿਰਪਾ ਪਈ ਠਾਕੁਰ। ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਜੀ ਅਕਾਲ ਪੁਰਖ ਵਾਹਿਗੁਰੂ ਦੇ ਅੰਦਰ ਜੀਵ ਦੇ ਲੀਨ ਹੋਣ ਦੀ ਅਵਸਥਾ ਦੱਸਦੇ ਨੇ। ਖੁੱਲਿਆ ਕਰਮ ਕਿਰਪਾ ਭਈ ਠਾਕੁਰ। ਹੇ ਸੱਚੇ ਪਾਤਸ਼ਾਹ ਮਹਾਰਾਜ, ਅੱਜ ਮੇਰੇ ਕਰਮ ਖੁੱਲ ਗਏ ਨੇ, ਤੁਹਾਡੀ ਪਾਵਨ ਪਵਿੱਤਰ ਕਿਰਪਾ ਹੋਈ ਹੈ। ਕੀਰਤਨ ਹਰੇ ਹਰੇ ਗਾਈ। ਤੁਹਾਡੀ ਕੀਰਤੀ ਰੋਮ ਰੋਮ ਦੇ ਅੰਦਰ, ਸਵਾਸ ਸਵਾਸ ਦੇ ਅੰਦਰ ਮੇਰਾ ਰੋਮ ਰੋਮ ਗਾ ਰਿਹਾ ਹੈ। ਹਿਰਦੇ ਸ਼ੁੱਧ ਹੋ ਗਿਆ, ਪਵਿੱਤਰ ਹੋ ਗਿਆ, ਮਨ ਤਨ ਤੇ ਬਾਣੀ ਕਰਕੇ ਤੁਹਾਡੀ ਕੀਰਤੀ ਗਾਣ ਕਰਕੇ ਮੁਕਤੀ ਦੀ ਪ੍ਰਾਪਤੀ ਹੋਈ ਹੈ, ਤੁਹਾਡੇ ਅੰਦਰ ਲੀਨਤਾ ਹੋਈ ਹੈ। ਮੇਰਾ ਕੋਈ ਪੂਰਬਲਾ ਕਰਮ ਖੁੱਲ ਗਿਆ ਹੈ, ਕੀਰਤੀ ਗਾਣ ਕਰਕੇ ਸੱਚੇ ਪਾਤਸ਼ਾਹ ਜੀ ਤੁਹਾਡੇ ਅੰਦਰ ਲੀਨਤਾ ਹੋਈ ਹੈ। ਸਮਥਾ ਕਾ ਪਾਏ ਬਿਸਰਾਮਾ। ਸੱਚੇ ਪਾਤਸ਼ਾਹ ਮਹਾਰਾਜ ਸਾਰੀ ਵਿਕਾਰਾਂ ਦੀ ਥਕਾਵਟ ਉਤਰ ਗਈ ਹੈ, ਜਿਹੜੇ ਵਿਕਾਰ ਤੰਗ ਕਰਦੇ ਸੀ। ਸੱਚੇ ਪਾਤਸ਼ਾਹ ਜਨਮਾਂ ਜਨਮਾਂਤਰਾਂ ਦੇ ਅੰਦਰ ਭ੍ਰਮਣ ਦੀ ਥਕਾਵਟ ਉਤਰ ਗਈ ਹੈ। ਮਿਟ ਗਈ ਸਗਲੀ ਧਾਈ। ਸੱਚੇ ਪਾਤਸ਼ਾਹ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਕਿਰਪਾ ਕੀਤੀ ਹੈ। ਆਪਣਾ ਗੁਰ ਸ਼ਬਦ ਜਪਵਾ ਕੇ ਮਾਨੁਖਾ ਦੇਹੀ ਦੇ ਅੰਦਰ ਹੁਣ ਵਿਸ਼ਰਾਮ ਬਖਸ਼ਿਸ਼ ਕੀਤਾ। ਧਾਵਣਾ ਬੰਦ ਹੋ ਗਿਆ, ਬਾਹਰੋਂ ਭੱਜ ਕੇ ਮਨ ਅੰਤਿਸ਼ ਕਰਨ ਦੀ ਬਿਰਤੀਆਂ ਦੇ ਅੰਦਰ ਗੁਰ ਸ਼ਬਦ ਵਿੱਚ ਇਕਾਗਰ ਹੋਇਆ ਹੈ। ਅਬ ਮੋਹੇ ਜੀਵਨ ਪਦਵੀ ਪਾਈ। ਹੁਣ ਮੈਨੂੰ ਜੀਵਨ ਪਦਵੀ ਦੀ ਪ੍ਰਾਪਤੀ ਹੋਈ ਹੈ, ਕਿਉਂਕਿ ਮਾਨੁਖ ਦੇਹੀ ਦਾ ਇਹੀ ਇੱਕ ਲਕਸ਼ ਹੈ, ਜਦੋਂ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਵੇ। 5ਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਅੰਤਰ ਸੁਨੰਗ ਬਾਹਰ ਸੁਨੰਗ। ਹੁਣ ਪਾਤਸ਼ਾਹ ਐਸੀ ਅਵਸਥਾ ਬਣੀ ਹੈ ਕਿ ਬਾਹਰ ਤੇ ਅੰਤਰ ਸਹਿਜ ਆ ਗਿਆ ਹੈ। ਜੀਤ ਆਇਓ ਮਨ ਪੁਰਖ ਵਿਧਾਤਾ। ਤੇ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਹੁਣ ਹਰ ਵੇਲੇ ਹੀ ਚਿੱਤ ਕਰੀਦਾ, ਉੱਠਦਿਆਂ ਬਹਿੰਦਿਆਂ ਸੌਂਦਿਆਂ। ਵਾਹਿਗੁਰੂ ਅਕਾਲ ਪੁਰਖ ਦੇ ਅੰਦਰ ਬਿਰਤੀ ਜੁੜਨ ਕਰਕੇ, ਨਾਮ ਦੇ ਅੰਦਰ ਬਿਰਤੀ ਜੁੜਨ ਕਰਕੇ ਧਾਵਣਾ ਵੀ ਬੰਦ ਹੋ ਗਿਆ, ਵਿਸ਼ਰਾਮ ਆ ਗਿਆ ਤੇ ਸਾਰਾ ਸ਼ਰਮ ਦੂਰ ਹੋ ਗਿਆ, ਥਕਾਵਟ ਦੂਰ ਹੋ ਗਈ ਹੈ। ਸੰਤਨ ਕੀ ਸਰਨਾਈ। ਇਹ ਸਾਰੀ ਕਿਰਪਾ ਹੋਈ ਹੈ ਪੂਰਨ ਮਹਾਪੁਰਖਾਂ ਦੀ, ਸੰਤਾਂ ਦੀ, ਬਾਬਾ ਬੁੱਢਾ ਜੀ ਦੀ, ਭਾਈ ਗੁਰਦਾਸ ਜੀ ਵਰਗਿਆਂ ਦੀ, ਧੰਨ ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਅੰਗਦ ਦੇਵ ਪਾਤਸ਼ਾਹ, ਗੁਰੂ ਅਮਰਦਾਸ ਜੀ, ਸਾਡੇ ਪਿਤਾ ਗੁਰਦੇਵ ਗੁਰੂ ਰਾਮਦਾਸ ਜੀ, ਸੰਤਾਂ ਦੀ ਕਿਰਪਾ ਦੇ ਦੁਆਰਾ ਕਾਜ ਸਿੱਧ ਹੋਇਆ ਹੈ। ਰਹਾਉ। ਵਿਸ਼ਰਾਮ ਦੇ ਕੇ ਪਾਤਸ਼ਾਹ ਫਰਮਾਨ ਕਰਦੇ ਨੇ, ਕਾਮ ਕ੍ਰੋਧ ਲੋਭ ਮੋਹ ਨਿਵਾਰੇ। ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ। ਖਾਲਸਾ ਜੀ ਇਹ ਪੰਕਤੀ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਰਵਣ ਕਰੀ ਹੋਏਗੀ। ਕਾਮ ਕ੍ਰੋਧ ਲੋਭ ਮੋਹ ਨਿਵਾਰੇ। ਖਾਲਸਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਾਮ ਦੀ ਲੱਤਾ ਮਾਤਰ ਵੀ, ਲੇਸ਼ ਮਾਤਰ ਵੀ ਕਾਮ ਨਹੀਂ ਸੀਗਾ। ਚਰਿਤਰਾਂ ਦੇ ਅੰਦਰ ਇੱਕ ਪ੍ਰਸੰਗ ਆਂਦਾ ਅਨੂਪ ਕੌਰ ਦਾ, ਉਹਦੀ ਭਾਵਨਾ ਸੀ ਕਲਗੀਧਰ ਪਾਤਸ਼ਾਹ ਮਹਾਰਾਜ ਮੇਰੇ ਨਾਲ ਰਮਣ ਕਰਨ। ਜਦੋਂ ਮੱਥਾ ਟੇਕਣ ਆਈ ਮਹਾਰਾਜ ਮੈਨੂੰ ਛੂ ਲੈਣ, ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪਣਾ ਤੀਰ ਕੱਢਿਆ ਤੇ ਉਹਦੀ ਛਾਤੀ ਤੇ ਰੱਖ ਦਿੱਤਾ, ਉਹਦੇ ਕਾਮ ਨੂੰ ਵਿਸ਼ਰਾਮ ਦੇ ਦਿੱਤਾ। ਐਸੀ ਮਹਾਰਾਜ ਦੀ ਬਿਰਤੀ ਸੀਗੀ। ਕ੍ਰੋਧ, ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕ੍ਰੋਧ ਵੀ ਨਹੀਂ ਸੀਗਾ। ਜਿਸ ਤਰ੍ਹਾਂ ਇੱਕ ਵਾਰੀ ਕਲਗੀਧਰ ਪਾਤਸ਼ਾਹ ਮਹਾਰਾਜ ਰਾਜਸਥਾਨ ਦੇ ਅੰਦਰ ਜਦੋਂ ਪਠਾਣਾ ਦੇ 2 ਗੁੱਟਾਂ ਦੇ ਅੰਦਰ ਮੁਗਲਾਂ ਦੇ ਅੰਦਰ ਜੰਗ ਹੋ ਗਿਆ, ਕਲਗੀਧਰ ਪਾਤਸ਼ਾਹ ਮਹਾਰਾਜ ਨਾਂਦੇੜ ਦੇ ਵੱਲ ਜਾ ਰਹੇ ਸੀ ਤੇ ਰਸਤੇ 'ਚ ਭਾਈ ਸਾਹਿਬ ਭਾਈ ਮਾਨ ਸਿੰਘ ਜੀ ਨੂੰ ਮਹਾਰਾਜ ਨੇ ਕਿਹਾ ਵੀ ਜਾ ਕੇ ਲੜਾਈ ਸ਼ਾਂਤ ਕਰਾਓ। ਲੜਾਈ ਸ਼ਾਂਤ ਕਰਾਉਣ ਗਏ, ਭਾਈ ਮਾਨ ਸਿੰਘ ਦੇ ਉੱਤੇ ਮੁਗਲਾਂ ਨੇ ਚੱਕ ਕੇ ਕਿਰਪਾਨ ਚੱਕ ਦਿੱਤੀ ਤੇ ਉਹਨਾਂ ਦੀ ਸ਼ਹੀਦੀ ਹੋ ਗਈ। ਆ ਕੇ ਸਿੰਘਾਂ ਨੇ ਦੱਸਿਆ ਕਲਗੀਧਰ ਪਾਤਸ਼ਾਹ, ਭਾਈ ਮਾਨ ਸਿੰਘ ਜੀ ਜੰਗ ਲੁਕਾਉਣ ਗਏ ਸਨ, ਪਰ ਤੁਰਕਾਂ ਨੇ ਤੇਗ ਚਲਾ ਦਿੱਤੀ, ਉਹਨਾਂ ਦੇ ਵਾਰ ਭਾਰਾ ਹੋ ਗਿਆ ਤੇ ਉਹ ਚੜ੍ਹਾਈ ਕਰ ਗਏ ਨੇ। ਕਲਗੀਧਰ ਪਾਤਸ਼ਾਹ ਮਹਾਰਾਜ ਤਖਤ ਤੇ ਬੈਠੇ ਸੀਗੇ, ਤਖਤ ਤੇ ਬੈਠੇ ਨੰਗੇ ਪੈਰੀ ਉੱਠ ਕੇ ਭਾਈ ਮਾਨ ਸਿੰਘ ਜੀ ਦੀ ਦੇਹੀ ਕੋਲ ਗਏ ਤੇ ਰੋਣ ਲੱਗ ਪਏ। ਸਿੰਘ ਹੈਰਾਨ ਹੋ ਗਏ, ਕਿਆ ਕਲਗੀਧਰ ਪਾਤਸ਼ਾਹ ਮਹਾਰਾਜ ਨਾ ਅਜੀਤ ਸਿੰਘ ਵੇਲੇ ਰੋਏ, ਨਾ ਜੁਝਾਰ ਸਿੰਘ ਵੇਲੇ ਰੋਏ, ਜੰਗ ਦੇ ਅੰਦਰ ਖੁਸ਼ ਹੁੰਦੇ ਰਹੇ ਤੇ ਮਾਛੀਵਾੜੇ ਤੇ ਕਹਿ ਵੀ ਦਿੱਤਾ, ਹਾਲ ਮੁਰੀਦਾ ਦਾ ਕਹਿਣਾ, ਮਿੱਤਰ ਪਿਆਰੇ ਨੂੰ ਕਹਿਣਾ, ਉਹਨੂੰ ਸੁਣਾਇਆ ਦਰਦ ਤੇ ਭਾਈ ਮਾਨ ਸਿੰਘ ਲਈ ਰੋ ਪਏ। ਕਲਗੀਧਰ ਪਾਤਸ਼ਾਹ ਮਹਾਰਾਜ ਦੇ ਹਜ਼ੂਰ ਬਹਾਦਰ ਸ਼ਾਹ ਜਫਰ ਨੇ, ਜਿਹੜੇ ਮੁਗਲ ਨੇ ਕਿਰਪਾਨ ਚਲਾਈ ਸੀ, ਉਹਨੂੰ ਬੰਨ ਕੇ ਲੈ ਆਏ। ਕਿਹਾ ਮਹਾਰਾਜ ਜੋ ਇਹਨੂੰ ਸਜ਼ਾ ਦੋਗੇ, ਮੌਤ ਦਿਓ ਇਹਨੂੰ, ਤੁਹਾਡੇ ਹਜ਼ੂਰੀ ਸਿੰਘ ਨੂੰ ਇਹਨੇ ਸ਼ਹੀਦ ਕੀਤਾ,
ਤੁਸੀਂ ਉਹਦੇ ਬਾਅਦ ਰੋਏ ਹੋ। ਮਹਾਰਾਜ ਕਹਿੰਦੇ ਸਾਡਾ ਸਿੰਘ ਤਾਂ ਸੱਚਖੰਡ ਪਹੁੰਚ ਗਿਆ, ਭਾਈ ਮਾਨ ਸਿੰਘ, ਹੁਣ ਇਹਨੂੰ ਅਸੀਂ ਕੋਈ ਦੋਸ਼ ਨਹੀਂ ਦੇਣਾ, ਇਹਨੂੰ ਸਜ਼ਾ ਦੇ ਕਰਮ ਦੇਣਗੇ। ਖਾਲਸਾ ਜੀ, ਕ੍ਰੋਧ ਹੁੰਦਾ ਤੇ ਉੱਥੇ ਉਹਨੂੰ ਮੌਤ ਦੀ ਸਜ਼ਾ ਦਵਾ ਦਿੰਦੇ, ਪਰ ਉੱਥੇ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਉਹ ਪ੍ਰਸੰਗ ਬੜਾ ਹੀ ਵਿਰਾਗਮਈ ਲਿਖਿਆ ਬਈ ਕਲਗੀਧਰ ਪਾਤਸ਼ਾਹ ਨੂੰ ਕ੍ਰੋਧ ਵੀ ਨਹੀਂ ਆਇਆ, ਲੋਭ ਵੀ ਨਹੀਂ ਸੀਗਾ। ਸਰਸਾ ਨਦੀ ਦੇ ਅੰਦਰ ਮਹਾਰਾਜ ਨੇ ਸਾਰਾ ਧਨ ਲੁਟਾ ਦਿੱਤਾ, ਪਰ ਨਾਲ ਨਹੀਂ ਮਹਾਰਾਜ ਲੈ ਕੇ ਗਏ। ਲੋਭ ਵੀ ਨਹੀਂ ਸੀਗਾ, ਨਾ ਕਾਮ ਨਾ ਕ੍ਰੋਧ ਨਾ ਲੋਭ ਸੀਗਾ ਪਾਤਸ਼ਾਹ ਨੂੰ। ਨਿਵਰੇ ਸਗਲ ਬੈਰਾਈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਕਿਸੇ ਨਾਲ ਵੈਰ ਵੀ ਨਹੀਂ ਸੀਗਾ। ਜੇ ਕਿਸੇ ਨਾਲ ਵੈਰ ਹੁੰਦਾ ਤੇ ਮਹਾਰਾਜ ਔਰੰਗਜ਼ੇਬ ਦੇ ਪੁੱਤਰ ਨੂੰ ਕਿਤੇ ਦੁਬਾਰਾ ਤਾਰਾ ਆਜ਼ਮ ਨੂੰ ਜੰਗ ਦੇ ਅੰਦਰ ਜਾਜੋ ਦੀ ਸਰਾਏ ਸ਼ਹੀਦ ਕਰਾ ਕੇ ਮਹਾਰਾਜ ਨੂੰ ਰਾਜ ਥੋੜੀ ਦਿੰਦੇ। ਨਾ ਕ੍ਰੋਧ ਸੀ, ਨਾ ਕਾਮ ਸੀ, ਨਾ ਲੋਭ ਸੀਗਾ, ਬ੍ਰਹਮ ਗਿਆਨ ਦੀ ਅਵਸਥਾ ਸੀ। ਗੁਰੂ ਅਰਜਨ ਦੇਵ ਮਹਾਰਾਜ ਬਾਰੇ ਜਿੱਥੇ ਕਲਗੀਧਰ ਪਾਤਸ਼ਾਹ ਨੇ ਲਿਖਿਆ ਨਾ ਵੱਡੋ ਬ੍ਰਹਮ ਗਿਆਨੀ, ਉੱਥੇ ਕਲਗੀਧਰ ਪਾਤਸ਼ਾਹ ਮਹਾਰਾਜ ਆਪ ਵੀ ਆਪਣੀ ਬਾਣੀ ਦੇ ਅੰਦਰ ਲਿਖਦੇ ਨੇ। ਮਹਾਰਾਜ ਕਹਿੰਦੇ ਤਾਤ ਮਾਤ ਮੁਰ ਅਲਖ ਰਾਦਾ ਬਹੁਬਿਦ ਜੋਗ ਸਾਧਨਾ ਸਾਦਾ ਤਿਨ ਜੋ ਕਰੀਏ ਲਖ ਕੀ ਸੇਵਾ ਤਾਂ ਤੇ ਭਏ ਪ੍ਰਸੰਨ ਗੁਰਦੇਵਾ ਤਿਨ ਪ੍ਰਭ ਜਬ ਆਇਸ ਮੋਹ ਦੀਆ ਤਬ ਹਮ ਜਨਮ ਕਲੂ ਮੈਂ ਲਿਆ ਚਿਤ ਨਾ ਭਇਓ ਹਮਰੋ ਆਵਨ ਕੈ। ਸਾਡਾ ਤੇ ਧਰਤੀ ਤੇ ਆਣ ਦਾ ਦਿਲ ਨਹੀਂ ਕਰਦਾ ਸੀ, ਸਾਡਾ ਦਿਲ ਧਰਤੀ ਤੇ ਆਣ ਦਾ ਨਹੀਂ ਕਰਦਾ ਸੀ। ਚਿਤ ਨਾ ਭਇਓ ਹਮਰੋ ਆਵਨ ਕੈ ਚੁਬੀ ਰਹੀ ਸੁਰਤ ਪ੍ਰਭ ਚਰਨਨ ਮੈਂ। ਸਾਡੀ ਸੁਰਤੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਆਨੰਦ ਲੈਂਦੀ ਸੀ। ਜਿਉਂ ਤੋਂ ਪ੍ਰਭ ਹਮਕੋ ਸਮਝਾਇਓ ਇਮ ਕਹਿ ਕੇ ਲੋਕ ਪਠਾਇਓ। ਜਿਵੇਂ ਅਕਾਲ ਪੁਰਖ ਵਾਹਿਗੁਰੂ ਨੇ ਹੁਕਮ ਲਾਇਆ ਸੀ ਨਾ ਬਈ ਪੁਰਾਣੇ ਅਵਤਾਰਾਂ ਨੇ ਆਪਣਾ ਆਪਣਾ ਨਾਮ ਜਪਾਇਆ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸਾਨੂੰ ਅਕਾਲ ਪੁਰਖ ਨੇ ਹੁਕਮ ਲਾਇਆ ਵਾਹਿਗੁਰੂ ਮੰਤਰ ਜਪਾਉਣ ਦਾ। ਵਾਹਿਗੁਰੂ ਸਿੰਘ ਕੋ ਨਾਮ ਜਪਾਉ, ਸਿੰਘਾਂ ਨੂੰ ਵਾਹਿਗੁਰੂ ਦਾ ਨਾਮ ਜਪਾਇਆ, ਪੰਜਾਂ ਬਾਣੀਆਂ ਦਾ ਨਿਤਨੇਮੀ ਬਣਾਇਆ, ਖਾਲਸੇ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਗੁਰ ਸੰਗਤ ਦੇ ਲੜ ਨਾਲ ਲਾਇਆ ਹੈ। ਸਦ ਹਜੂਰ ਹਾਜ਼ਰ ਹੈ ਨਾਜ਼ਰ ਕਤਹ ਨ ਪਇਓ ਦੁਰਾਈ। ਉਹ ਅਕਾਲ ਪੁਰਖ ਵਾਹਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਦਾ ਹੀ ਹਾਜ਼ਰ ਹਜ਼ੂਰ ਨੇ ਤੇ ਕਤਹ ਨਾ ਭਇਓ ਦੁਰਾਈ, ਤੇ ਉਹ ਵਾਹਿਗੁਰੂ ਅਕਾਲ ਪੁਰਖ ਜੀ ਸਾਡੇ ਤੋਂ ਦੂਰ ਨਹੀਂ ਨੇ। ਸੁਖ ਸੀਤਲ ਸਰਦਾ ਸਭ ਪੂਰੀ ਹੋਏ ਸੰਤ ਸਹਾਈ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਸਾਨੂੰ ਹਿਰਦੇ ਦੇ ਅੰਦਰ ਸੁਖ ਦਿੱਤਾ ਹੈ, ਸਾਡੀ ਛਾਤੀ ਜਿਹੜੀ ਹੈ ਨਾਮ ਸਿਮਰਨ ਕਰਕੇ ਸ਼ੀਤਲ ਕਰ ਦਿੱਤੀ ਹੈ। ਪਾਵਨ ਪਤਿਤ ਕੀਏ ਖਿਨ ਪੀਤਰ ਮਹਿਮਾ ਕਥਨ ਨ ਜਾਈ। ਸਭ ਪੂਰੀ ਹੋਏ ਸੰਤ ਸਹਾਈ। ਕਹਿੰਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਹ ਸਾਡੀ ਆਸਾ ਤਾਂ ਪੂਰੀ ਹੋਈ ਹੈ ਜੇ ਸਾਨੂੰ ਸੰਤਾਂ ਨੇ ਸਹਾਇਕ ਹੋ ਕੇ ਕਿਰਪਾ ਕੀਤੀ ਹੈ। ਪਾਵਨ ਪਤਿਤ ਕੀਏ ਖਿਨ ਪੀਤਰ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੀਤਾ ਕਿਹਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਣ ਕਰਕੇ ਪਤਿਤ ਪਾਵਨ ਅਸੀਂ ਖਿੰਨ ਦੇ ਅੰਦਰ ਹੀ ਬਣਾ ਦਿੱਤਾ, ਸਾਡੇ ਸਾਰੇ ਹੀ ਪਾਪ ਦੂਰ ਕਰ ਦਿੱਤੇ। ਜਗਿਆਸੂ ਰੂਪ ਦੇ ਅੰਦਰ ਬੇਨਤੀ ਕੀਤੀ ਹੈ। ਮਹਿਮਾ ਕਥਨ ਨ ਜਾਈ। ਉਹ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੇ ਨਾਮ ਦੀ ਮਹਿਮਾ ਕਥਨ ਤੇ ਸਰਵਣ ਤੋਂ ਪਰੇ ਹੈ। ਖਾਲਸਾ ਜੀ ਅਸੀਂ ਸਾਰੇ ਗੁਰੂ ਦਾ ਜਸ ਸੁਣ ਰਹੇ ਹਾਂ, ਪਰ ਇਹ ਮਹਾਰਾਜ ਦੇ ਜਸ ਦਾ ਅੰਤ ਨਹੀਂ। ਮਹਾਰਾਜ ਦਾ ਜਸ ਬੇਅੰਤ 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 ਹੈ। ਨਿਰਭਉ ਪਏ ਸਗਲ ਭੈ ਖੋਏ। ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ, ਨਿਰਭਉ ਅਵਸਥਾ ਦਿੱਤੀ ਤੇ ਸਾਰੇ ਭੈ ਦੂਰ ਹੋ ਗਏ ਵਿਕਾਰਾਂ ਦੇ। ਗੋਬਿੰਦ ਚਰਨ ਓਟਾਈ। ਸੱਚੇ ਪਾਤਸ਼ਾਹ ਮਹਾਰਾਜ ਗੋ ਧਰਤੀ ਬਿੰਦ ਧਰਤੀ ਦੇ ਰਾਖੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੀ ਓਟ ਲਈ ਹੈ। ਨਾਨਕ ਜਸ ਗਾਵੈ ਠਾਕੁਰ ਕਾ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਸ ਗਾਉਂਦੇ ਹਾਂ। ਰਹਿਣ ਦਿਨਸ ਲਿਵਲਾਈ। ਜਿਨ੍ਹਾਂ ਦੀ ਕਿਰਪਾ ਕਰਕੇ ਦਿਨ ਰਾਤ ਸਾਡੀ ਜਿਹੜੀ ਸੁਰਤ ਹੈ ਵਾਹਿਗੁਰੂ 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 ਸ਼ਬਦ ਦੇ ਵਿੱਚ ਲੱਗ ਗਈ ਹੈ। ਸੋ ਖਾਲਸਾ ਜੀ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਕਥਾ ਦੀ ਸਮਾਪਤੀ ਹੈ ਜੀ। ਨਿਰਭਉ ਪਏ ਸਗਲ ਭੈ ਖੋਏ ਗੋਬਿੰਦ ਚਰਨ ਓਟਾਈ। ਨਾਨਕ ਜਸ ਗਾਵੈ ਠਾਕੁਰ ਕਾ ਰਹਿਣ ਦਿਨਸ ਲਿਵ ਲਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।